ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਪਰਮੇਸ਼ ਵਰਮਾ। मैं थोड़ा अपना सिद्धू मूसेवाला This is Sonam Bajwa. This is Gurundabat. Subscribe करो जी पिटारा Pitara. Pitara, the official YouTube channel right now. Hey guys, how's it? Okay, no. I don't want this tea. Give me black coffee, right? This is Ruby Pink. So if you want to have lips like me, you can try this Ruby Pink. एक दिन मैंने याद आया एक किस्सा कि मम्मी ने जैम लिया के दी ते एंड मैंने कमांड नाल इंस्ट्रक्शन के दी 2 मिनट च मुका दी यदि ऐड करना पै जी। ਸੋ ਸੁਫਨਾ ਦੇ ਕੋਈ ਬੈਸਟ ਮੂਮੈਂਟਸ ਜੋ ਐਮੀ ਵਰਕ ਜਾਂ ਜਗਦੀਪ ਜੀ ਨਾਲ ਜੁੜੇ ਹੋਣ? ਇੱਕ ਵਾਰੀ ਕੀ ਹੋਇਆ ਸੀਨ ਚੱਲਦਾ ਸੀ ਹਾਂ ਜਿੱਥੇ ਉਹ ਕਹਿੰਦੇ ਕਿ ਮੈਂ ਤੈਨੂੰ ਵੇਖ ਲਿਆ ਕਰਾਂ ਵੀ ਜ਼ਿਆਦਾ ਭੋਲੂ ਨਾ ਬਣ ਉਹ ਤੇ ਤੂੰ ਜਿਵੇਂ ਮੈਨੂੰ ਵੇਖਦਾ ਨਹੀਂ ਉਹ ਸੀਨ ਤੋਂ ਪਹਿਲੇ ਤੁਸੀਂ ਮੰਨੋਗੇ ਨਹੀਂ ਮੈਂ ਤੇ ਐਵੇਂ ਲੜ ਰਹੀ ਸੀ ਸੋ ਉਸ ਤੋਂ ਬਾਅਦ ਮਾਈਕ ਤੇ ਜਗਦੀਪ ਸਰ ਦੀ ਆਵਾਜ਼ ਆਈ ਸੋਟੀਆਂ ਭੇਜਾਂ ਲੜ ਲਓ ਤੁਸੀਂ ਦੋਵੇਂ ਜਣੇ Hello, Palak. How are you? I'm fine. How are you? Good. Wait. What happened? मैं ना सब तो पहला मैं तो अपना सोफा कर लिया है सैवलॉन सरफेस डिसइंफेक्टेंट स्प्रे नाल जर्म फ्री क्योंकि जर्म्स तो प्रोटेक्शन बहुत ज़्यादा ਜ਼ਰੂਰੀ ਹੈ ਮੇਰੀ ਵੀ ਜ਼ਰੂਰੀ ਹੈ ਰੁਕ ਜਾਓ ਮੈਂ ਤੁਹਾਡਾ ਵੀ ਕਰ ਦਿੰਦੇ ਆ Thank you. ਤੁਸੀਂ ਵੀ ਹੋ ਜਾਓ ਟੈਨਸ਼ਨ ਫ੍ਰੀ ਕਿਉਂਕਿ ਤੁਹਾਡੇ ਸੋਫੇ ਨੂੰ ਵੀ ਮਿਲ ਗਈ ਹੈ ਜਰਮਸ ਤੋਂ ਪ੍ਰੋਟੈਕਸ਼ਨ ਤੇ ਲੱਗੇ ਹੱਥ ਆਪਾਂ ਟੇਬਲ ਵੀ ਸਪਰੇ ਕਰ ਹੀ ਨਾ ਦਈਏ ਇਹਨੂੰ ਵੀ ਮਿਲ ਗਈ ਹੁਣ ਜਰਮਸ ਤੋਂ ਪ੍ਰੋਟੈਕਸ਼ਨ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਸੈਵਲॉन ਹੈਕਸਾ ਐਡਵਾਂਸ ਸੋ ਪ੍ਰੈਜ਼ੈਂਟਸ ਟਾਕ ਟੂ ਮੀ ਕੋ-ਪਾਵਰਡ ਬਾय ਫਰੈਂਡਸ ਡਰਾਈ ਪੈਂਟਸ ਐਂਡ IDFC ਫਰਸਟ ਬੈਂਕ ਸੋ ਤਾਨਿਆ ਕੀ ਹਾਲ ਚਾਲ ਹੈ ਤੁਹਾਡਾ all good thank you ਮੈਂ ਤੁਹਾਡੇ ਲਈ ਕੁਝ ਲਿਖਿਆ ਹੈ ਮੈਂ ਬੋਲ ਕੇ ਸੁਣਾਉਣਾ ਚਾਹੂੰਗੀ ਤੁਹਾਨੂੰ ਸਾਡੀ ਆਡੀਅנס ਵੀ ਜ਼ਰਾ ਧਿਆਨ ਨਾਲ ਸੁਣੇ ਅੱਜ ਮੇਰੇ ਨਾਲ ਜੋ ਇਨਸਾਨ ਨੇ ਉਹਨਾਂ ਦੀ ਕਿਸਮਤ ਹਿੱਟ ਹੈ ਉਹਨਾਂ ਆਪਣਾ ਸੁਪਨਾ ਜੋ ਹੈ ਉਹ ਸੱਚ ਕੀਤਾ ਤੇ ਲੋਕੀ ਉਹਨਾਂ ਦੀ ਕਿਊਟਨੈਸ ਤੇ ਐਕਟਿੰਗ ਵੇਖ ਕੇ ਕਹਿੰਦੇ ਨੇ ਕੀ ਬਾਤ ਹੈ ਜੀ ਕੀ ਬਾਤ ਹੈ ਸੋ ਪਲੀਜ਼ ਵੈਲਕਮ ਤਾਨਿਆ thank you so much and ਤੁਸੀਂ ਬਹੁਤ ਸੋਹਣਾ ਲਿਖਿਆ ਥੈਂਕ ਯੂ ਜੀ ਸੋ ਜਦ ਤੁਹਾਡਾ ਫਾਈਨਲ ਹੋਇਆ ਨਾ ਕਿ ਤੁਸੀਂ ਪਿਟਾਰਾ ਇੰਟਰਵਿਊ ਲਈ ਆ ਰਹੇ ਆ ਤੇ ਪਿਟਾਰਾ ਦੀ ਪੂਰੀ ਟੀਮ ਨੇ ਬਹੁਤ ਜ਼ਿਆਦਾ ਤਾਰੀਫ ਕੀਤੀ ਤੁਹਾਡੀ ਕਿ ਤੁਹਾਡੀ ਐਕਟਿੰਗ ਤਾਂ ਕਮਾਲ ਹੈ ਹੀ ਪਰ ਤੁਹਾਡੀ ਨੇਚਰ ਦੀ ਵੀ ਬਹੁਤ ਜ਼ਿਆਦਾ ਤਾਰੀਫ ਕੀਤੀ ਗਈ Thank you. ਮੈਂ ਬਹੁਤ ਜ਼ਿਆਦਾ ਐਕਸਾਈਟਿਡ ਸੀ ਤੁਹਾਡੇ ਨਾਲ ਗੱਲਬਾਤ ਕਰਨ ਲਈ ਕਰੀਏ ਆਪਾਂ ਗੱਲਬਾਤ ਸ਼ੁਰੂ ਜੀ ਬਿਲਕੁਲ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗੀ ਕਿ ਬਹੁਤ ਸਾਰੇ ਮੇਰੇ ਅਕੋਰਡਿੰਗ ਬਹੁਤ ਸਾਰੇ ਲੋਕਾਂ ਨੂੰ ਆਲਮੋਸਟ ਤੁਹਾਡੇ ਸਾਰੇ ਫੈਨਸ ਨੂੰ ਇਹ ਪਤਾ ਹੋਣਾ ਹੈ ਕਿ ਤੁਸੀਂ ਕੈਨੇਡਾ ਰਹਿੰਦੇ ਹੋ ਤੇ ਕੈਨੇਡਾ ਤੋਂ ਪੰਜਾਬ ਆ ਕੇ ਫਿਲਮਸ ਕਰਦੇ ਹੋ ਪਰ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਣਾ ਕਿ ਤਾਨਿਆ ਨੇ ਥੀਏਟਰ ਵੀ ਕੀਤਾ ਹੈ ਸੋ ਪਲੀਜ਼ ਤਾਨਿਆ ਉਸ ਜਰਨੀ ਬਾਰੇ ਸਾਡੇ ਨਾਲ ਸ਼ੇਅਰ ਕਰੋ ਮੇਰੀ ਜਰਨੀ ਬਾਕੀ ਦੀ ਜਰਨੀ ਤੋਂ ਟੂ ਬੀ ਓਨੈਸਟ ਬਹੁਤ ਡਿਫਰੈਂਟ ਰਹੀ ਹੈ ਥੀਏਟਰ ਦੀ ਗੱਲ ਕਰਦੇ ਹਾਂ ਮੈਂ ਥੋੜਾ ਹੋਰ ਵੀ ਦੱਸੂੰਗੀ ਬਿਕਾਜ਼ ਲੈਟਸ ਟਾਕ ਟੂ ਮੀ ਐਂਡ ਆਈ ਕੈਨ ਟਾਕ ਐਜ਼ ਮਚ ਐਜ਼ ਆਈ ਕੈਨ ਬਿਕਾਜ਼ ਮੋਸਟਲੀ ਇੰਟਰਵਿਊਜ਼ 'ਚ ਸਾਡੇ ਕੋਲ ਟਾਈਮ ਨਹੀਂ ਹੁੰਦਾ ਵੀ ਜਸਟ ਹੈਵ ਟੂ ਰਸ਼ ਵਾਟ ਵੀ ਹੈਵ ਇਨ ਵਨ ਲਾਈਨ ਐਂਡ ਸਟਫ ਬਟ ਹੁਣ ਮੈਂ ਖੋਲ ਕੇ ਗੱਲ ਕਰ ਸਕਦੀ ਹਾਂ ਮੇਰਾ ਸ਼ੁਰੂ ਤੋਂ ਇੱਕ ਸ਼ੌਂਕ ਸੀ ਟੂ ਬੀ ਇਨ ਫਰੰਟ ਆਫ ਕੈਮਰਾ ਟੂ ਪਰਫਾਰਮ ਐਕਟਿੰਗ ਐਂਡ ਟੂ ਡੂ ਡਿਫਰੈਂਟ ਥਿੰਗਸ ਦੈਟ ਵੱਖ ਕੈਰੈਕਟਰ ਪਲੇ ਕਰਨਾ ਰਾਈਟ ਮੇਰੇ ਬੈਕ ਮਾਈਂਡ 'ਚ ਸੀਗਾ ਮੈਂ ਐਕਟਰ ਬਣਨਾ ਮੇਰੇ ਘਰਦਿਆਂ ਨੂੰ ਮੈਂ ਦੱਸ ਨਹੀਂ ਪਾ ਰਹੀ ਸੀ ਜੇ ਮੈਂ ਦੱਸਦੀ ਸੀ ਉਹ ਸੀਰੀਅਸ ਨਹੀਂ ਸੀ ਲੈਂਦੇ ਸੋ ਆਈ ਥੋਟ ਮੈਂ ਉਹ ਚੀਜ਼ਾਂ ਵੇਖਣੀਆਂ ਸ਼ੁਰੂ ਕੀਤੀਆਂ ਕਿ ਇਫ ਯੂ ਹੈਵ ਟੂ ਬੀ ਐਨ ਐਕਟਰ ਤੁਹਾਨੂੰ ਕੀ ਕੁਛ ਚਾਹੀਦਾ ਯੂ ਨੀਡ ਟੂ ਬੀ ਗੁੱਡ ਇਨ ਡਾਂਸਿੰਗ ਯੂ ਨੀਡ ਟੂ ਬੀ ਗੁੱਡ ਇਨ ਐਕਟਿੰਗ ਇਹ ਚੀਜ਼ਾਂ ਚਾਹੀਦੀਆਂ ਨੇ ਸੋ ਮੈਂ ਡਾਂਸ ਸਟਾਰਟ ਕੀਤਾ ਆਈ ਸਟਾਰਟਡ ਕਲਾਸੀਕਲ ਡਾਂਸ ਐਂਡ ਮੈਂ ਕਲਾਸੀਕਲ ਡਾਂਸਰ ਰਹੀ ਹਾਂ ਆਈ ਹੈਵ ਪਰਫਾਰਮਡ ਅਪ ਟੂ ਨੈਸ਼ਨਲ ਲੈਵਲ ਸੋ ਉਸ ਤੋਂ ਬਾਅਦ ਆਈ ਮੈਨੇਜ ਟੂ ਗੋ ਟੂ ਕਾਲਜ ਫॉर ਸਮ ਆਰਟ ਕ੍ਰੀਏਟਿਵ ਸਟਫ ਸੋ ਉੱਥੇ ਜਾ ਕੇ ਮੈਂ ਥੀਏਟਰ ਜੁਆਇਨ ਕੀਤਾ ਐਂਡ ਮੈਂ 4 ਸਾਲ ਥੀਏਟਰ ਪਰਫਾਰਮ ਕੀਤਾ ਬਿਕਾਜ਼ ਮੈਨੂੰ ਪਤਾ ਸੀ ਬੈਕ ਐਂਡ ਯੂ ਨੀਡ ਟੂ ਹੈਵ ਦਿਸ ਥਿੰਗ ਇਫ ਯੂ ਵਾਂਟ ਟੂ ਬੀ ਇਨ ਐਕਟਿੰਗ ਫੀਲਡ ਜਦ ਕਿ ਮੇਰਾ ਕੋਈ ਦੂਰ ਤੱਕ ਵੀ ਹੈ ਨਹੀਂ ਗਾ ਇਸ ਇੰਡਸਟਰੀ 'ਚ ਇਟਸ ਹੋਲੀ ਮੀ ਐਂਡ ਇਟਸ ਵੈਰੀ ਹਾਰਡ ਟੂ ਸਟਾਰਟ ਫਰੋਮ ਸਕ੍ਰੈਚ ਟੂ ਇੰਡਸਟਰੀ ਜਿਹ 'ਚ ਤੁਹਾਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਹੈ ਜਿਹਦੇ ਤੁਹਾਡੇ ਰਿਲੇਟਿਵਸ 'ਚੋਂ ਫੈਮਿਲੀ 'ਚੋਂ ਕੋਈ ਵੀ ਨਹੀਂ ਹੈ ਸੋ ਮੈਂ ਉਹ ਥੀਏਟਰਸ ਕੀਤਾ ਐਂਡ ਆਈ ਵਾਜ਼ lucky enough that I got chance to perform for you guys and this is what here I am but yes मैं 4 साल ਜਿਹੜੇ theatre ਕੀਤਾ I've been awarded best actress Punjab so many times by the university I was performing and I hope ਤੁਹਾਨੂੰ ਵੀ ਉਹੀ performance ਤੁਹਾਡੇ ਅੱਗੇ ਵੀ ਮੈਂ ਕਰਦੀ ਹਾਂ hope ਤੁਹਾਨੂੰ ਪਸੰਦ ਆਈ ਹੋਏਗੀ ਸੋ ਤੁਹਾਡੀ ਫੈਮਿਲੀ ਸਪੋਰਟਿਵ ਸੀਗੀ ਫੈਮਿਲੀ ਦਾ ਇੱਕ ਮਿਕਸਡ ਇਮੋਸ਼ਨ ਕਹਿ ਲਓ ਹੈਗਾ ਸੀ ਇਟਸ ਨਾਟ ਲਾਈਕ ਆਲਵੇਜ਼ ਸਪੋਰਟਿਵ ਐਂਡ ਨਾਟ ਲਾਈਕ ਆਲਵੇਜ਼ ਨਾਟ ਸਪੋਰਟਿਵ ਸੋ ਮੈਂ ਹੁਣ ਤੁਹਾਨੂੰ ਕੀ ਦੱਸਾਂ ਕਈ ਵਾਰੀ ਹੋ ਜਾਂਦੇ ਸੀ ਸਪੋਰਟਿਵ ਕਈ ਵਾਰੀ ਨਹੀਂ ਹੁੰਦੇ ਸੀ ਬਟ ਯੈਸ ਦ ਥਿੰਗ ਇਜ਼ ਕਿ ਮੇਰੇ ਘਰ ਦੇ ਸਾਰੇ ਦੇ ਐਜੂਕੇਟਿਡ ਦੇ ਵਾਂਟਡ ਮੀ ਆਲਸੋ ਕਿ ਮੈਂ ਪੜ੍ਹ ਜਾਵਾਂ ਚੰਗੀ ਤਰ੍ਹਾਂ ਪੜ੍ਹਾਈ ਲੈ ਲਾਂ ਐਟਲੀਸਟ ਆਈ ਸ਼ੁੱਡ ਨੋ ਕਿ ਬਾਹਰ ਕੀ ਚੱਲਦਾ ਹੈ ਹਾਊ ਟੂ ਡੀਲ ਵਿਦ ਇਟ
ਐਂਡ ਤਾਂ ਕਰਕੇ ਉਹਨਾਂ ਨੇ ਕੁਝ ਟਰਮਸ ਐਂਡ ਕੰਡੀਸ਼ਨਸ ਰੱਖੀਆਂ ਕਿ ਤੁਸੀਂ ਪਹਿਲੇ ਆਪਣੀ ਪੜ੍ਹਾਈ ਪੂਰੀ ਕਰੋ, ਡੂ ਯੋਰ ਗ੍ਰੈਜੂਏਸ਼ਨਸ, ਡੂ ਯੋਰ ਮਾਸਟਰਸ। ਉਹਨਾਂ ਨੇ ਤਾਂ ਮੈਨੂੰ ਡਾਕਟਰ ਬਣਾਉਣਾ ਸੀ ਐਨੀਵੇਜ਼, ਜੋ ਮੈਂ ਨਹੀਂ ਬਣਨਾ ਸੀ, ਬਟ ਉਹਨਾਂ ਨੇ ਮੈਨੂੰ ਕਿਹਾ ਕਿ ਜੇ ਡਾਕਟਰ ਨਹੀਂ ਬਣਨਾ ਤੇ ਯੂ ਹੈਵ ਟੂ ਸਟੱਡੀ ਅਪ ਟੂ ਅ ਸਰਟਨ ਲੈਵਲ, ਐਂਡ ਸਟੱਡੀ ਵੀ ਸਿਰਫ ਨੰਬਰ ਲੈਣ ਲਈ ਨਹੀਂ, ਯੂ ਹੈਵ ਟੂ ਸਟੱਡੀ ਕਿ ਤੁਹਾਡੇ ਅੰਦਰ ਹੋਵੇ, ਤੁਹਾਡੀ ਕੁਆਲੀਫਿਕੇਸ਼ਨ ਤੁਹਾਡੇ ਅੰਦਰੋਂ ਐਜੂਕੇਟ, ਬਿਕਾਜ਼ देयर इज डिफरेंस बिटवीन हैविंग क्वालिफिकेशन, बीइंग क्वालिफाइड एंड बीइंग एजुकेटेड। समझ होनी चाहिए ਤੁਹਾਨੂੰ ਕਿ ਕੀ ਹੈ ਕੀ ਨਹੀਂ। ਸੋ ਉਹਨਾਂ ਨੇ ਮੈਨੂੰ ਕਿਹਾ ਕਿ ਆਪਣੀ ਪੜ੍ਹਾਈ ਪੂਰੀ ਕਰੋ ਐਂਡ ਦੈਨ ਕਰ ਲਿਓ ਜੋ ਕਰਨਾ ਹੈ। ਮੈਂ ਉਸ ਸ਼ੌਂਕ 'ਚ ਕਿ ਮੈਂ, ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਕਿ ਪੜ੍ਹਾਈ ਕਰੋ ਐਂਡ ਦੈਨ ਕਰ ਲਿਓ ਜੋ ਕਰਨਾ ਹੈ। ਮੈਂ ਗ੍ਰੈਜੂਏਸ਼ਨ ਵੀ ਕਰ ਲਈ, ਮੈਂ ਮਾਸਟਰਸ ਵੀ ਕਰ ਲਈ ਐਂਡ ਆਈ ਟੌਪਡ ਇਟ। ਐਂਡ ਫਿਰ ਮੈਂ ਕਿਹਾ ਹੁਣ, ਤੇ ਫਿਰ ਉਹ ਕਹਿੰਦੇ ਕਿ ਹੁਣ ਅੱਗੇ PhD। ਮੈਂ ਕਿਹਾ ਮਤਲਬ ਬਟ ਦੇ ਵਰ ਐਨੀਵੇਜ਼ ਸਪੋਰਟਿਵ ਟੂ ਮੀ ਐਂਡ ਟੱਚ ਵੁੱਡ ਜੇ ਮੈਂ ਅੱਜ ਜੋ ਕੁਝ ਵੀ ਕਰ ਰਹੀ ਹਾਂ ਇਟਸ ਬਿਕਾਜ਼ ਆਬਵੀਅਸਲੀ ਮਾਈ ਫੈਮਿਲੀ ਸਪੋਰਟਿੰਗ ਮੀ ਇਨ ਆਲ ਦੀ ਐਸਪੈਕਟਸ ਐਂਡ ਦੈਟ ਇਜ਼ ਵਾਈ ਕਿ ਮੈਂ ਕੁਝ ਵੀ ਕਰ ਪਾ ਰਹੀ ਹਾਂ। ਸੋ ਮਤਲਬ ਆ ਗੱਲ ਵੀ ਸੱਚ ਹੈ ਕਿ ਤੁਸੀਂ ਗ੍ਰੈਜੂਏਸ਼ਨ 'ਚ 98% ਲਏ ਸੀ। ਯਾ ਆਈ ਸਕੋਰਡ 98%। ਚਾਹ ਕਹਿਣਾ ਸੀ ਕਿ ਜਦੋਂ ਮੈਂ ਪੜ੍ਹਾਈ ਕਰ ਲਈ ਉਦੋਂ ਮੈਨੂੰ ਇਹਨਾਂ ਨੇ ਐਕਟਰਸ ਬਣਨ ਦੇਣਾ ਕਿ ਪੜ੍ਹਾਈ ਐਲੋ ਤੁਸੀਂ ਸਕਾਲਰ ਹੋਗੇ, ਮੈਂ 98% ਸਕੋਰ ਕਰੂੰਗੀ। ਫਿਰ ਤਾਂ ਆ ਗੱਲ ਵੀ ਪੱਕੀ ਹੋਣੀ ਹੈ ਕਿ ਤੁਸੀਂ ਬਹੁਤ ਸਾਰੇ ਬੱਚਿਆਂ ਨੂੰ ਪਾਸ ਵੀ ਕਰਾਇਆ ਹੋਣਾ ਤੇ ਕਦੇ ਇਦਾਂ ਹੋਇਆ ਕਿ ਕਿਸੇ ਬੱਚੇ ਨੇ ਕਿਹਾ ਕਿ ਤਾਨਿਆ ਥੋੜਾ ਨਾ ਸ਼ੀਟ ਇਧਰ ਨੂੰ ਕਰਕੇ ਪੇਪਰ ਕਰੀ, ਮੈਨੂੰ ਵੀ ਦਿਖਾ ਦੇ, ਮੈਂ ਅੱਜ ਤੇਰੇ ਸਾਰੇ ਆ। ਜਿੰਨਾ ਮੈਨੂੰ ਲੱਗਦਾ ਮੈਂ ਲਿਖ ਕੇ ਆਂਦੀ ਸੀ ਉਹਨਾਂ ਟਾਈਮ ਹੀ ਨਹੀਂ ਸੀ ਬਚਦਾ ਕਿ ਮੈਂ ਕਿਸੇ ਨੂੰ ਵੀ ਸ਼ੀਟ ਦਿਖਾ ਸਕਾਂ। ਐਂਡ ਸਾਡਾ ਗਰਲਸ ਕਾਲਜ ਸੀ, ਸੋ ਆਈ ਯੂਜ਼ਡ ਟੂ ਜਸਟ ਓਪਨ ਮਾਈ ਸ਼ੀਟ ਕਿ ਜਿੰਨੂੰ ਪਿਛਲੇ ਨੂੰ ਇੱਧਰਲਾ ਜਿਹੜਾ ਆਨਸਰ ਵੇਖਦਾ ਵੇਖ ਲਓ, ਬਾਕੀ ਮੇਰੇ ਕੋਲ ਟਾਈਮ ਨਹੀਂ ਹੈਗਾ ਕਿਉਂਕਿ ਮੇਰੇ ਨੰਬਰ ਆਏ ਤੇ ਇਹਨਾਂ ਨੇ ਮੈਨੂੰ ਐਕਟਰੈਸ ਬਣਨ ਦੇਣਾ, ਨਹੀਂ ਨੰਬਰ ਆਏ ਤੇ ਇਹਨਾਂ ਨੇ ਮੈਨੂੰ ਕੁਝ ਬਣਨ ਨਹੀਂ ਦੇਣਾ। ਸੋ ਸਹੀ ਸੀ। ਮੈਂ ਨਾ ਤੁਹਾਡੀ ਇੱਕ ਇੰਟਰਵਿਊ ਵੀ ਦੇਖੀ ਸੀ, ਉਹਦੇ 'ਚ ਤੁਸੀਂ ਦੱਸਿਆ ਸੀ ਕਿ ਮੈਂ ਛੋਟੇ ਹੁੰਦੇ ਨਾ ਆਪਣੀ ਇੰਟਰਵਿਊ ਆਪ ਲੈਣਾ ਪਸੰਦ ਕਰਦੀ ਸੀ। ਸੋ ਪਲੀਜ਼ ਸਾਨੂੰ ਕਰਕੇ ਵਿਖਾਓ ਕਿ ਤੁਸੀਂ ਕਿਵੇਂ ਆਪਣੀ ਇੰਟਰਵਿਊ ਲਿਆ ਕਰਦੇ ਸੀ। ਇੱਕ ਚੀਜ਼ ਹੁੰਦੀ ਨਾ ਡ੍ਰੀਮਸ ਡੂ ਕਮ ਟਰੂ ਐਂਡ ਇੱਕ ਹੁੰਦਾ ਵਿਜ਼ੂਅਲਾਈਜ਼ੇਸ਼ਨ। ਮੈਨੂੰ ਨਹੀਂ ਸੀ ਪਤਾ ਜੋ ਮੈਂ ਕਰ ਰਹੀ ਹਾਂ ਇੱਕ ਵਿਜ਼ੂਅਲਾਈਜ਼ੇਸ਼ਨ ਹੈ, ਬਟ ਉਹ ਇੱਕ ਵਿਜ਼ੂਅਲਾਈਜ਼ੇਸ਼ਨ ਸੀ ਕਿ ਮੇਰੇ ਸੋਫੇ ਦੇ ਸਾਹਮਣੇ ਸ਼ੀਸ਼ਾ ਲੱਗਾ ਹੁੰਦਾ ਸੀ। ਅੱਛਾ। ਸੋ ਮੈਂ ਸੋਫੇ ਤੇ ਬਹਿ ਕੇ ਮੈਂ ਪੂਰੀ ਗੱਲਬਾਤ, ਬਿਕਾਜ਼ ਆਈ ਵਾਸ ਸੋ ਮਚ ਇੰਪ੍ਰੈਸਡ ਬਾਈ ਦੀ ਬਾਲੀਵੁੱਡ ਸਟਾਫ, ਜਿਹੜੇ ਅਵਾਰਡਸ ਹੁੰਦੇ ਸੀ, ਜਿਵੇਂ ਉਹਨਾਂ ਨੇ ਬਹਿਣਾ, ਜਿਵੇਂ ਉਹਨਾਂ ਨੇ ਖੜਨਾ, ਦ ਬੋਡੀ ਲੈਂਗੁਏਜ ਗਰਲਸ ਯੂਜ਼ਡ ਟੂ ਹੈਵ। ਸੋ ਮੈਂ ਸਾਰੀਆਂ ਕਰਨੀਆਂ। ਹੁਣ ਤਾਂ ਇੰਟਰਵਿਊਜ਼ ਤੇ ਆ ਕੇ ਸਮਝ ਆਇਆ ਦੈਟ ਵੀ ਕੈਨ ਨਾਟ ਡੂ ਦੈਟ ਮਚ ਟੈਂਟਰਮਸ ਬਿਕਾਜ਼ ਵੀ ਆਰ ਗਰੋਨ ਅਪ ਨਾਓ। ਜਦੋਂ ਤਾਂ ਮੈਂ ਜਵਾਕ ਹੁੰਦੀ ਸੀ ਉਦੋਂ ਤਾਂ ਮੈਂ ਨਖਰਾ ਹੀ ਨਾ ਕਰਦੀ ਸੀ, hey guys how's it, okay no I don't want this tea, give me black coffee, right? ਉਦੋਂ ਤਾਂ ਇੰਨੇ ਡਰਾਮੇ ਕਰੀ ਦਿੰਦੇ ਸੀ ਬਿਕਾਜ਼ ਇੰਟਰਵਿਊ ਘੱਟ ਸੀ, ਉਹ ਮੈਲੋਡਰਾਮਾ ਜ਼ਿਆਦਾ ਸੀ। ਬਟ ਮੈਨੂੰ ਸੀ ਕਿ ਹਾਈ ਇੱਕ ਦਿਨ ਮੇਰੀ ਕੋਈ ਇੰਟਰਵਿਊ ਲਿਆ ਕਰੇਗਾ। ਆਈ ਵਾਸ ਸੋ ਐਕਸਾਈਟਿਡ ਅਬਾਊਟ ਇਟ। ਮੈਂ ਐਡਸ ਕਰਦੀ ਹੁੰਦੀ ਸੀ, ਜੇ ਮੈਂ ਲਿਪ ਕਲਰ ਲਾਣਾ, ਮੈਨੂੰ ਲਿਪਸਟਿਕਸ ਦਾ ਬਹੁਤ ਹੀ मतलब क्रेज है। सो मैं लिप कलर लाना और लिप कलर लगाने का फिनोमेना ते किते गया मैं करना कि this is ruby pink, so if you want to have lips like me you can try this ruby pink. So वो ads करनियां नाई जाना घंटा साबन कर करके I was that kind of kid because it was just in my mind कि यही कुछ करना है। So parents देख के नहीं कहते सी कि की करी जानी है या खुश होंदे सी देख के? पेरेंट्स ने मैनू एक दिन मैनू याद आया एक किस्सा कि मम्मी ने जैम लिया के दी एंड मैनू जैम पसंद सी, आई थिंक सारे बच्चों को पसंद होंगी राइट। तो उन्होंने जैम लिया के दी एंड मैनू कमांड नाल इंस्ट्रक्शन की दी 2 मिनट च मुका दी ऐड करन ना पै जी। सो पेरेंट्स को पता सी दैट शी इज हाफ क्रेजी कि उन्होंने कुड़ी मतलब कुछ भी करेगी कितने भी टाइम लेगी। एंड मैं स्कूल जाते होना अमृतसर रहिंदी सी, मेरा स्कूल के बाहर ना एक वड्डा सारा पूरा होर्डिंग सी। तो मैं मम्मी को कहना मम्मी हाँ बोल मम्मी इत्थे एक दिन मेरी ना फोटो लगी। मम्मी ने मैंने कहना शेख चिल्ली देना सुपने बंद कर, पेपर है ना वो रिवाइज कर, मानचिक के अगे जाके लिखने के। एंड आई एम सो हैप्पी टू टेल यू गाइज कि जो सुपना आनी सी उदों मेरा सुपने का पोस्टर उस होर्डिंग ते एडा वड्डा लग्या सी। एंड मैं चली गई सी कैनेडा वापस। मम्मी वेंट देयर, मम्मा सॉ दैट, उन्होंने मैंने स्क्रीन और फोटो खिंच के भेजी एंड नाले वो जेड़ा अखां भरियां वाला इमोजी भेजा कि तू इस होर्डिंग ते कहंदी सी अल्लाह तेरी फोटो लगी। सो देयर आर सही गल है कि सुपना सच होया, तुसी अपना सुपना सच कीता है। सो बचपन तो ही मतलब तुसी एक्टर बनना चाहते सी। तुहानू पहला ऑडिशन अपना याद है कि तुसी कित्थे गए सी अपना पहला ऑडिशन देने लई? इन्ने ऑडिशंस दिते ना मैं, इन्ने लाइफ च ऑडिशंस दिते मतलब जे काउंटिंग भी करो तो मैंने नंबर भी ना याद आए। बट मैनू लगता है पहला ऑडिशन मैं दिता सी व्हेन आई वाज इन फोर्थ ईयर ऑफ माई कॉलेज। उदों मैं फोर्थ ईयर च सी ते सरबजीत मूवी सी ऐश्वर्या राय एंड मिस्टर हुड्डा दी, ते उहदा ऑडिशन मैं पहले दिता सी एंड आई गॉट सिलेक्टेड फॉर दैट फॉर द रोल ऑफ सरबजीत's डॉटर।
ਐਂਡ ਉਹਦੀ ਸਿਲੈਕਸ਼ਨ ਹੋ ਗਈ ਸੀ, ਸਭ ਕੁਝ ਹੋ ਗਿਆ। ਹੁਣ ਜਿਹੜੀ ਉਹਨਾਂ ਦੀ ਡੇਟ ਸੀ that was December, ਐਂਡ ਜਿਹੜੇ ਤੁਹਾਡੇ ਸਮੈਸਟਰ ਦੇ ਐਗਜ਼ਾਮਸ ਹੁੰਦੇ ਆ ਫਾਈਨਲ, that's also in December। ਸੋ ਹੁਣ ਮੇਰੇ 4th ਈਅਰ ਦੇ ਫਾਈਨਲ ਐਗਜ਼ਾਮ ਸੀ, ਸੋ ਆਈ ਵਾਸ ਟੂ ਚੂਜ਼ ਬਿਟਵੀਨ ਕਿ ਮੈਂ ਤਾਂ ਛੱਡ ਦੇਣੀ ਸੀ ਪੇਪਰ ਵੀ ਕਿ ਭਾਈ ਮੁਝੇ ਮੂਵੀ ਮਿਲ ਰਹੀ ਹੈ, ਮੈਂ ਤੇ ਮੂਵੀ ਕਰਨ ਜਾਣਾ ਹੈ। ਤੇ ਮੈਂ ਘਰ ਪੂਰੇ ਐਕਸਾਈਟਮੈਂਟ ਚਾਹੀ ਕਿ ਮੰਮੀ ਨੂੰ ਕਹੂੰਗੀ ਮੰਮੀ ਮੇਰਾ ਆਡੀਸ਼ਨ ਕਲੀਅਰ ਨੇ, ਉਹਨਾਂ ਨੇ ਮੈਨੂੰ ਕਿਹਾ ਆ ਜਾਓ ਤੁਹਾਡੀ December ਦੀਆਂ ਡੇਟਸ ਨੇ। ਸੋ ਘਰੇ ਗਈ, ਮੰਮੀ ਨੇ ਕਿਹਾ ਮੰਮੀ ਇਹ ਡੇਟਸ ਹੈ, ਤੇ ਮੰਮੀ ਕਹਿੰਦੇ ਵੈਰੀ ਗੁੱਡ। ਤੇ ਮੰਮੀ ਕਹਿੰਦੇ ਐਗਜ਼ਾਮਸ ਦੀ ਡੇਟ ਸ਼ੀਟ ਆ ਗਈ? ਹਾਂ ਆ ਗਈ। ਓਕੇ ਉਹ ਵੀ December ਚ ਨੇ। ਵਾਟ ਡੂ ਯੂ ਮੀਨ ਬਾਈ ਉਹ ਵੀ December ਚ ਨੇ? ਯੂ ਹੈਵ ਟੂ ਗਿਵ ਯੋਰ ਐਗਜ਼ਾਮਸ ਫਰਸਟ। ਐਂਡ ਅੱਜ ਮੈਨੂੰ ਲੱਗਦਾ ਕਿ ਉਹ ਡਿਸੀਜਨ ਠੀਕ ਸੀ, ਬਿਕਾਜ਼ ਜੇ ਮੈਂ ਉਸ ਪੁਆਇੰਟ ਤੇ ਉਹ ਮੂਵੀ ਕਰ ਲੈਂਦੀ ਸੋ ਮੈਂ ਅੰਡਰ ਗ੍ਰੈਜੂਏਟ ਹੀ ਰਹਿ ਜਾਂਦੀ, 6 ਮਹੀਨੇ ਹੋਰ ਵੇਸਟ ਹੁੰਦੇ, ਦੁਬਾਰਾ ਸਾਰੇ ਪੇਪਰਸ ਦਿੰਦੀ। ਸੋ ਇਟ ਵਾਜ਼ ਅ ਵੈਰੀ ਗੁੱਡ ਡਿਸੀਜਨ ਐਂਡ ਦੈਟਸ ਵਾਈ ਆਈ ਥਿੰਕ ਮੈਂ ਪੈਰੈਂਟਸ ਐਡਵਾਈਸ ਹਮੇਸ਼ਾ ਲੈਂਦੀ ਹਾਂ, ਬਿਕਾਜ਼ ਆਫ ਕੋਰਸ ਦੇ ਹੈਵ ਮੋਰ ਐਕਸਪੀਰੀਅੰਸ। ਸੋ ਉਹਨਾਂ ਦਾ ਐਕਸਪੀਰੀਅੰਸ ਸਹੀ ਸੀ ਐਂਡ ਆਈ ਪਰਸਿਊਡ ਫॉर ਮਾਈ ਐਗਜ਼ਾਮਸ। ਫਿਰ ਆਪਾਂ ਸਰਬਜੀਤ ਨਹੀਂ ਕੀਤੀ ਐਂਡ ਦੈਟ ਵਾਜ਼ ਮਾਈ ਫਰਸਟ ਐਵਰ ਆਡੀਸ਼ਨ। ਬਹੁਤ ਹੀ ਸੋਹਣੀ ਜਰਨੀ ਰਹੀ ਹੈ ਤੁਹਾਡੀ, ਤੇ ਹੁਣ ਤੁਸੀਂ ਜਿਵੇਂ ਕਿ ਇੱਕ ਬਹੁਤ ਹੀ ਸਕਸੈਸਫੁਲ ਆਰਟਿਸਟ ਹੋ, ਸੋ ਤੁਹਾਡੇ ਅਕੋਰਡਿੰਗ ਇੱਕ ਟਰੂ ਆਰਟਿਸਟ ਦੀ ਕੀ ਡੈਫੀਨੇਸ਼ਨ ਹੈ? ਟਰੂ ਆਰਟਿਸਟ ਇਜ਼ ਅ ਪਰਸਨ, ਇੱਕ ਉਹ ਬੰਦਾ ਜੋ ਆਪਣੀ ਖੁਸ਼ੀ ਨਾਲ ਉਹ ਚੀਜ਼ ਪਰਫਾਰਮ ਕਰੇ ਜੋ ਅਗਲੇ ਦੇ ਦਿਲ 'ਚ ਵਸ ਜਾਏ। ਟਰੂ ਆਰਟਿਸਟ ਇਜ਼ ਨਾਟ ਅ ਪਰਸਨ ਜੋ 2 ਘੰਟੇ ਦੀ ਮੂਵੀ 'ਚੋਂ 1.5 ਘੰਟਾ ਵੇਖ ਰਿਹਾ ਹੈ ਜਾਂ ਜੋ ਪੂਰੇ ਥੀਏਟਰ ਦੇ ਪਲੇ 'ਚ ਵੇਖ ਰਿਹਾ ਹੈ। ਟਰੂ ਆਰਟਿਸਟ ਉਹ ਹੈ ਜੋ ਖੁਸ਼ੀ ਨਾਲ ਆਪਣੀ ਖੁਸ਼ੀ ਨਾਲ ਪਰਫਾਰਮ ਕਰ ਰਿਹਾ, ਚਾਹੇ ਉਹ ਰੋਣ ਵਾਲਾ ਸੀਨ ਹੈ, ਚਾਹੇ ਉਹ ਕਿਹੋ ਜਿਹਾ ਵੀ ਸੀਨ ਹੈ। ਉਹ ਬੰਦਾ ਜੋ ਪਰਫਾਰਮੈਂਸ ਨੂੰ ਇੰਪੋਰਟੈਂਸ ਦੇ ਰਿਹਾ ਹੈ ਐਂਡ ਉਹ ਹਾਰ ਨਹੀਂ ਰਿਹਾ ਕਿ ਚੱਲ ਐਤਕੀ ਨਹੀਂ ਕੁਝ ਬਣਿਆ, ਮੈਂ ਹੋਰ ਐਫਰਟ ਕਰੂੰਗਾ, ਮੈਂ ਹੋਰ ਐਫਰਟ ਕਰੂੰਗਾ। ਉਹ ਬੰਦਾ ਆਰਟਿਸਟ ਹੁੰਦਾ, ਬਿਕਾਜ਼ ਜਿਹੜੀ ਕਲਾ ਹੁੰਦੀ ਹੈ ਨਾ ਉਹਨੂੰ ਟਾਈਮ ਚਾਹੀਦਾ ਹੁੰਦਾ। ਬਿਲਕੁਲ। ਤੁਸੀਂ ਜਿਹੜੀ ਚੀਜ਼ ਨੂੰ ਜਿੰਨਾ ਮਾਂਜ ਕੇ ਬਣਾਓਗੇ, ਜਿੰਨਾ ਕੋਲੇ ਨੂੰ ਤੁਸੀਂ ਕਰੋਗੇ ਉਹ ਹੀਰਾ ਬਣੇਗਾ। ਹਰ ਚੀਜ਼ ਨੂੰ ਪ੍ਰੈਸ਼ਰ ਚਾਹੀਦਾ ਹੁੰਦਾ। ਸੋ ਟਰੂ ਆਰਟਿਸਟ ਇਜ਼ ਅ ਪਰਸਨ ਹੂ ਨੈਵਰ ਗਿਵ ਅਪ, ਜਿਹੜਾ ਕਦੀ ਹੋਪ ਵੀ ਨਹੀਂ ਛੱਡਦਾ, ਐਫਰਟ ਵੀ ਨਹੀਂ ਛੱਡਦਾ ਐਂਡ ਕੀਪ ਔਨ ਗੋਇੰਗ ਫॉर दैट। ਸੋ ਆ ਚੀਜ਼ ਤੁਸੀਂ ਮਤਲਬ ਆਪਣੇ ਆਪ ਤੋਂ ਹੀ ਸਿੱਖੀ ਹੈ ਜਾਂ ਫੈਮਿਲੀ ਤੋਂ ਆ ਚੀਜ਼ ਆਈ? ਮੈਨੂੰ ਆਈ ਮਸਟ ਸੇ ਕਿ ਮੈਂ ਲਾਈਫ 'ਚ ਬਹੁਤ ਕੁਝ ਸਿੱਖਿਆ ਐਂਡ ਆਈ ਐਮ ਅ ਨੇਚਰ ਲਵਰ। ਸੋ ਸਿੰਪਲ ਜੀ ਮੇਰੀ ਇੱਕ ਲਾਈਫ ਹੈ, ਸਿੰਪਲ ਜੀ ਲਾਈਫ ਦੇ ਰੂਲਸ ਮੈਂ ਫੋਲੋ ਕਰਦੀ, ਆਈ ਫੋਲੋ ਨੇਚਰ ਮੋਰ ਐਂਡ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਨੇਚਰ ਤੁਹਾਡੇ ਆਸ-ਪਾਸ ਦੀਆਂ ਚੀਜ਼ਾਂ ਤੁਹਾਨੂੰ ਸਿਖਾ ਜਾਂਦੀਆਂ ਐਂਡ ਆਈ ਟੇਕ ਲੈਸਨਸ। ਜੇ ਮੈਨੂੰ ਲੱਗਦਾ ਦੈਟ ਆਈ ਡਿਡ ਸਮਥਿੰਗ ਰੋਂਗ, ਮੈਂ ਕੁਝ ਗਲਤ ਕੀਤਾ ਹੈ ਤੇ ਮੈਂ ਉਸ ਚੀਜ਼ ਤੋਂ ਇੱਕ ਵਾਰੀ ਲੈਸਨ ਲੈ ਲੈਣੀ ਸੋ ਦੁਬਾਰਾ ਉਹ ਚੀਜ਼ ਨਾ ਹੋਏ, ਬਿਕਾਜ਼ ਦਿਸ ਇਜ਼ ਹਾਊ ਲਾਈਫ ਵਰਕਸ। ਜੇ ਤੁਸੀਂ ਇੱਕ ਵਾਰ ਇੱਕ ਚੀਜ਼ ਗਲਤ ਕਰ ਰਹੇ ਹੋ ਐਂਡ ਤੁਹਾਨੂੰ ਕਿਸੇ ਨੇ ਸਮਝਾਤਾ, ਤੁਹਾਨੂੰ ਜਾਂ ਆਪੇ ਵੀ ਰਿਅਲਾਈਜ਼ ਹੋ ਗਿਆ, ਇੰਟੂਇਸ਼ਨ ਬਹੁਤ ਵੱਡੀ ਚੀਜ਼ ਹੁੰਦੀ ਹੈ, ਤੁਹਾਨੂੰ ਆਪੇ ਵੀ ਪਤਾ ਲੱਗ ਗਿਆ ਐਂਡ ਤੁਸੀਂ ਦੂਸਰੀ ਵਾਰ ਉਹਨੂੰ ਫਿਰ ਇੰਪਰੂਵ ਨਹੀਂ ਕਰ ਰਹੇ, ਸੋ ਦੈਟ ਇਜ਼ ਯੋਰ ਬੈਡ। ਸੋ ਫਿਰ ਤੁਸੀਂ ਗਰੋ ਨਹੀਂ ਕਰੋਗੇ, ਫਿਰ ਉੱਥੇ ਦੇ ਉੱਥੇ ਹੀ ਰੁਕ ਜਾਓਗੇ। ਸੋ ਲਾਈਫ ਟੌਟ ਮੀ ਸੋ ਮਚ। ਬਾਕੀ ਕੁਝ ਮੈਨੂੰ ਲੱਗਦਾ ਹੈ ਸਟ੍ਰਿਕਟ ਪੇਰੈਂਟਸ ਹੋਣ ਦਾ ਬਹੁਤ ਐਡਵਾਂਟੇਜ ਹੈ ਲਾਈਫ 'ਚ, ਕਿ ਜਿਨ੍ਹਾਂ ਦੇ ਪੇਰੈਂਟਸ ਸਟ੍ਰਿਕਟ ਨੇ ਉਹਨਾਂ ਦੇ ਬੱਚੇ ਮੋਸਟਲੀ ਆਈ ਹੈਵ ਸੀਨ ਕਿ ਸਕਸੈਸਫੁਲ ਹੁੰਦੇ ਆ ਜਾਂ ਮੋਸਟਲੀ ਜ਼ਿਆਦਾ ਹਾਰਡ ਵਰਕਿੰਗ ਹੁੰਦੇ ਐਜ਼ ਕੰਪੇਅਰ ਟੂ ਅਦਰਸ। ਸੋ ਇੱਕ ਉਹ ਬਲੈਸਿੰਗ ਸੀ ਦੈਟ ਆਈ ਐਮ ਬਲੈਸਡ ਵਿਦ ਸੱਚ ਅ ਵੰਡਰਫੁਲ ਫੈਮਿਲੀ। ਮਾਈ ਸਿਸਟਰਸ ਆਲਵੇਜ਼ ਬੂਸਟਿੰਗ ਮੀ, ਉਹ ਮੈਨੂੰ ਹਮੇਸ਼ਾ ਬਹੁਤ ਪੁਸ਼ ਕਰਦੀ ਹੈ ਕਿ ਯੂ ਹੈਵ ਟੂ ਡੂ ਦਿਸ, ਯੂ ਕੈਨ ਡੂ ਦਿਸ। ਸੋ ਲਾਈਫ ਐਕਸਪੀਰੀਐਂਸਸ। ਮੈਂ ਆ ਵੀ ਗੱਲ ਸੁਣੀ ਹੈ ਕਿ ਤੁਸੀਂ ਨਵੇਂ ਜਿਹੜੇ ਆਰਟਿਸਟ ਹੁੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰਦੇ ਹੋ ਜੀ। ਸੋ ਤੁਸੀਂ ਜਦ ਆਏ ਸੀ ਨਵੇਂ ਤਾਂ ਇੰਡਸਟਰੀ 'ਚੋਂ ਤੁਹਾਨੂੰ ਸਭ ਤੋਂ ਜ਼ਿਆਦਾ ਐਪਰੀਸ਼ੀਏਟ ਕਿਹਨੇ ਕੀਤਾ? ਮੈਨੂੰ ਲੱਗਦਾ ਮੇਰੀ ਫੈਮਿਲੀ ਨੇ ਸਭ ਤੋਂ ਜ਼ਿਆਦਾ ਐਪਰੀਸ਼ੀਏਟ ਕੀਤਾ ਇੰਡਸਟਰੀ 'ਚੋਂ ਸਭ ਤੋਂ ਜ਼ਿਆਦਾ। ਪੀਪਲ ਐਪਰੀਸ਼ੀਏਟਡ ਮੀ, ਬਟ ਮੈਨੂੰ ਨਹੀਂ ਪਤਾ ਹੁਣ ਕਿਸ ਵੇ 'ਚ, ਬਟ ਇੱਕ ਚੀਜ਼ ਹੈਗੀ ਹੈ ਆਈ ਹੈਵ ਸੀਨ ਡਿਫਰੈਂਸਿਸ। ਮੈਂ ਬਹੁਤ ਡਿਫਰੈਂਸ ਵੇਖਿਆ ਬਿਕਾਜ਼ ਮੇਰੀ ਜਰਨੀ ਬਾਕੀਆਂ ਦੀ ਜਰਨੀ ਨਾਲੋਂ ਟੋਟਲ ਡਿਫਰੈਂਟ ਰਹੀ ਹੈ। ਮੈਂ 4 ਮੂਵੀਜ਼ ਐਜ਼ ਅ ਸੈਕਿੰਡ ਲੀਡ ਕਰਕੇ ਮੈਂ ਫਿਰ ਇੱਕ ਲੀਡ 'ਚ ਮੂਵੀ ਕੀਤੀ ਹੈ। ਸੋ ਮੈਨੂੰ ਨਹੀਂ ਲੱਗਦਾ ਕਿਸੇ ਦੀ ਵੀ ਜਰਨੀ ਇਹੋ ਜਿਹੀ ਸੀ। ਆਈ ਟੁਕ ਟਾਈਮ, ਮੈਂ ਟਾਈਮ ਲਿੱਤਾ ਟੂ ਅੰਡਰਸਟੈਂਡ ਕੈਮਰਾ ਕਿਵੇਂ ਹੈ, ਹਾਊ ਇਟ ਵਰਕਸ, ਡਾਇਲੌਗ ਡਿਲੀਵਰੀ ਕਿਵੇਂ ਹੈ, ਬਿਕਾਜ਼ ਇਟਸ ਟੋਟਲੀ ਡਿਫਰੈਂਟ ਇਨ ਥੀਏਟਰਸ ਐਂਡ ਇਨ ਮੂਵੀਜ਼। ਸੋ ਮੇਰੀ ਟੋਟਲ ਅਲੱਗ ਜਰਨੀ ਹੈ ਐਂਡ ਜਦੋਂ ਸੁਪਨੇ ਤੋਂ ਪਹਿਲੇ ਪਬਲਿਕ ਦੀ ਵੀ ਡੀਲਿੰਗ ਹੋਰ ਸੀ, ਆਪਣੇ ਲੋਕਾਂ ਦੀ ਵੀ ਡੀਲਿੰਗ ਹੋਰ ਸੀ, ਹੁਣ ਮੂਵੀ ਹੁਣ ਤੋਂ ਬਾਅਦ ਉਹਨਾਂ ਦੀ ਵੀ ਡੀਲਿੰਗ ਹੋ ਰਹੀ। ਸੋ ਆਈਵ ਸੀਨ ਅ ਚੇਂਜ। ਸੋ ਐਪਰੀਸ਼ੀਏਟ ਕੀਤਾ ਮੈਨੂੰ, ਦੇयर वर ਗੁੱਡ ਪੀਪਲ ਅਰਾਊਂਡ ਮੀ ਹੂ ਐਪਰੀਸ਼ੀਏਟਡ ਮੀ। Jagdeep sir appreciated me that you did well, and Emmy appreciated as well. There were so many people. I mean, ਮੈਨੂੰ ਨਿਰਮਲ ਰਿਸ਼ੀ ਮੈਮ ਨੇ ਬਹੁਤ appreciate ਕੀਤਾ ਤੇ ਉਹ ਚੀਜ਼ਾਂ I have in my mind and they will always be there, ਹਮੇਸ਼ਾ ਮੇਰੇ ਮਾਈਂਡ 'ਚ ਰਹਿਣਗੇ।
बट इस डिमोरलाइज भी बहुत जने ने किया आई नेवर टुक दैट ऑन माइंड बट दैट्स पार्ट ऑफ लाइफ आई थिंक ਉਹ ਵੀ ਬਹੁਤ ਜ਼ਰੂਰੀ ਹਿੱਸਾ ਹੈ ਜੇ ਤੁਹਾਨੂੰ ਕੋਈ ਜਦ ਤੱਕ ਕੋਈ ਤੁਹਾਨੂੰ ਦੱਬਦਾ ਨਹੀਂ ਹੈ ਜਦ ਤੱਕ ਤੁਹਾਨੂੰ ਕੋਈ ਮਾੜਾ ਨਹੀਂ ਕਹੇਗਾ ਤੁਸੀਂ ਹੋਰ ਐਫਰਟ ਨਹੀਂ ਕਰੋਗੇ ਟੂ ਬੀ ਗੁੱਡ ਸੋ ਦੈਟ ਹੈਪਨਡ ਮੈਨੂੰ ਸੁਣਨ ਚ ਆਇਆ ਕਿ ਤੁਸੀਂ ਜਦ ਵੀ ਕਿਸੇ ਜਗ੍ਹਾ ਤੇ ਜਾਂਦੇ ਹੋ ਨਵੀਂ ਜਗ੍ਹਾ ਤੇ ਤੁਸੀਂ ਆਪੇ ਹੀ ਇਕੱਲੇ ਨਿਕਲ ਜਾਂਦੇ ਹੋ ਘੁੰਮਣ ਫਿਰਨ ਤੇ ਇਹ ਗੱਲ ਸੱਚ ਹੈ ਇਹ ਮੈਨੂੰ ਲੱਗਦਾ 110% ਤੁਹਾਨੂੰ ਪਾਰਾ ਨਹੀਂ ਦੱਸੀ ਹੋਣੀ ਹੈ ਪਿਟਾਰਾ ਦੀ ਟੀਮ ਚੋਂ ਐਂਡ ਇਹ ਗੱਲ ਸੱਚ ਹੈ ਬਿਕਾਜ਼ ਮੈਂ ਐਕਸਪਲੋਰ ਕਰਨਾ ਜ਼ਿਆਦਾ ਪ੍ਰੈਫਰ ਕਰਦੀ ਹਾਂ ਐਂਡ ਜਿੱਥੇ ਵੀ ਮੈਂ ਜਾਂਦੀ ਹਾਂ ਇਧਰ अर्ਲੀ ਮਾਰਨਿੰਗ ਔਰ ਲੇਟ ਨਾਈਟਸ ਆਈ ਪ੍ਰੈਫਰ ਕਿ ਮੈਂ ਇਕੱਲੀ ਜਾਵਾਂ ਐਂਡ ਉੱਥੋਂ ਦੇ ਲੋਕ ਵੇਖਾਂ ਉੱਥੋਂ ਦੀਆਂ ਸੜਕਾਂ ਸੋ ਤੁਹਾਨੂੰ ਮੈਨੂੰ ਪਤਾ ਹੈ ਕੁਐਸਚਨ ਕਿੱਥੋਂ ਪਤਾ ਲੱਗਾ ਮੈਂ ਤੁਹਾਨੂੰ ਦੱਸਦੀ ਹਾਂ ਸੋ ਇਹ ਇੰਗਲੈਂਡ ਦੀ ਗੱਲ ਹੈ ਅਸੀਂ ਸ਼ੂਟ ਕਰ ਰਹੇ ਸੀ ਉੱਥੇ ਫਿਲਮ ਤੇ ਪਾਰਾ ਉੱਥੇ ਨਾਲ ਹੀ ਸੀ ਸੋ ਇਟ ਵਾਸ ਲੇਟ ਨਾਈਟ 11:30 ਵਜੇ ਸੀ ਰਾਤ ਦੇ ਐਂਡ ਸੈਟਰਡੇ ਨਾਈਟ ਸਾਰੇ ਕਲੱਬਿੰਗ ਕਰ ਰਹੇ ਸਾਰੇ ਤਿਆਰ ਹੋ ਕੇ ਨਿਕਲੇ ਮੈਂ ਆਪਣਾ ਇੱਕ ਆਈ ਥਿੰਕ ਨਿੱਕਰ ਸ਼ਾਰਟਸ ਜੀ ਪਾ ਕੇ ਮੈਂ ਇਕੱਲੀ ਤੁਰ ਰਹੀ ਹਾਂ ਐਂਡ ਸਾਹਮਣੇ ਉਹ ਪਾਰਾ ਆ ਰਿਹਾ ਅੱਛਾ ਐਂਡ ਹੀ ਇਜ਼ ਅਮੇਜ਼ਡ ਤੁਸੀਂ ਰਾਤੀ ਇਸ ਲਈ ਕਿੱਥੇ ਇਕੱਲੇ ਚੱਲੇ ਹੋ ਤੇ ਮੈਂ ਕਿਹਾ ਮੈਂ ਫਾਊਂਟੇਨ ਸੀ ਉੱਥੇ ਬੜੇ ਦਿਨ ਤੋਂ ਵੇਖ ਰਹੀ ਸੀ ਕੋਲੋਂ ਲੰਘ ਕੇ ਮੈਂ ਅੱਜ ਵੇਖ ਕੇ ਆਨੀ ਸੋ ਲਾਈਕ ਨਹੀਂ ਇਕੱਲੇ ਨਹੀਂ ਜਾਣਾ ਮੈਂ ਕਿਹਾ ਪਾਰੇ ਕੋਈ ਗੱਲ ਨਹੀਂ ਮੈਂ ਇਕੱਲੇ ਹੀ ਟਰੈਵਲ ਕਰਦੀ ਮੈਨੂੰ ਵਧੀਆ ਲੱਗਦਾ ਸੋ ਲਾਈਕ ਮੈਂ ਵੀ ਚੱਲਦਾ ਸੋ ਮੈਂ ਕਿਹਾ ਚਲੋ ਠੀਕ ਹੈ ਦੈਨ ਵੀ ਵੈਂਟ ਅਲੋਂਗ ਦੇਅਰ ਉਹਨੇ ਵੀ ਮੈਨੂੰ ਜੁਆਇਨ ਕੀਤਾ ਸੋ ਇਹ ਸਿਰਫ ਇੰਗਲੈਂਡ ਦੀ ਗੱਲ ਨਹੀਂ ਹੈ ਕਿਤੇ ਵੀ ਮੈਂ ਜਾਂਦੀ ਹਾਂ ਆਈ ਪ੍ਰੈਫਰ ਕਿ ਮੈਂ ਇਕੱਲੀ ਟਰੈਵਲ ਕਰਾਂ ਉਹ ਇੱਕ ਡਿਫਰੈਂਟ ਪੀਸ ਹੁੰਦਾ ਹੈ ਐਂਡ ਪ੍ਰੋਡਕਟਿਵਿਟੀ ਲੈਵਲ ਮੈਨੂੰ ਲੱਗਦਾ ਕਿ ਬਹੁਤ ਵੱਧ ਜਾਂਦਾ ਮੇਰਾ ਐਂਡ ਮੋਰਓਵਰ ਆਮ ਨੇਚਰ ਲਵਰ ਸੋ ਮੈਨੂੰ ਬਹੁਤ ਵਧੀਆ ਲੱਗਦਾ ਹੈ ਪੀਸਫੁਲੀ ਨੇਚਰ 'ਚ ਜਾਣਾ ਤੁਰਨਾ ਫਿਰਨਾ ਸੋ ਹਰ ਇੱਕ ਕੰਟਰੀ ਦੇ ਵੱਖ-ਵੱਖ ਰੂਲਸ ਹੁੰਦੇ ਨੇ ਤੇ ਕਦੇ ਇਦਾਂ ਹੋਇਆ ਕਿ ਕਿਸੇ ਦੂਜੀ ਕੰਟਰੀ ਤੇ ਗਏ ਹੋ ਤੁਸੀਂ ਤੇ ਉੱਥੇ ਜਾ ਕੇ ਕੋਈ ਰੂਲ ਬ੍ਰੇਕ ਕਰ ਦਿੱਤਾ ਹੋਵੇ ਤੇ ਫਿਰ ਸੋਚਿਆ ਹੋਏ ਤਾਨਿਆ ਇਸ ਵਾਰ ਤਾਂ ਬਚ ਗਈ ਪਰ ਅਗਲੀ ਵਾਰ ਤੋਂ ਧਿਆਨ ਰੱਖੀ ਥੋੜਾ ਹੁੰਦਾ ਹੈ this happens especially driving rules ਚ ਮੈਨੂੰ ਬਹੁਤ ਹੁੰਦੇ ਆ ਮੈਨੂੰ ਡਰਾਈਵਿੰਗ ਬਹੁਤ ਵਧੀਆ ਲੱਗਦੀ ਹੈ ਜਦੋਂ ਦੀ ਮੈਂ ਇੰਡੀਆ ਮੈਨੂੰ ਉਦੋਂ ਦੀ ਬਹੁਤ ਵਧੀਆ ਲੱਗਦੀ ਹੈ ਸੋ ਇੱਥੇ ਅਸੀਂ ਡਰਾਈਵ ਕਰਦੇ ਆ ਲੈਫਟ ਹੈਂਡ ਸਾਈਡ ਐਂਡ ਸਟੀਅਰਿੰਗ ਇਜ਼ ਔਨ ਰਾਈਟ ਉੱਥੇ ਅਸੀਂ ਡਰਾਈਵ ਕਰਦੇ ਆ ਰਾਈਟ ਹੈਂਡ ਸਾਈਡ ਐਂਡ ਦ ਸਟੀਅਰਿੰਗ ਇਜ਼ ਔਨ ਲੈਫਟ ਸੋ ਸਪੈਸ਼ਲੀ ਰੂਲ ਜਿਹੜਾ ਮੇਰੇ ਤੋਂ ਸਭ ਤੋਂ ਜ਼ਿਆਦਾ ਬ੍ਰੇਕ ਹੁੰਦਾ ਹੈ ਸਮਟਾਈਮਸ ਜਦੋਂ ਕੰਟਰੀ ਸਵਿਚ ਕਰਨੀ ਹੈ ਫॉर द फर्स्ट 2 days ਸੋ ਜਦੋਂ ਮੈਂ ਡਰਾਈਵ ਕਰਨ ਲੱਗਣੀ ਹੈ ਟਰਾਈ ਕਿ ਮੈਂ ਅੰਦਰ ਡਰਾਈਵ ਕਰਾਂ ਸੋ ਐਸ ਕਿ ਮੇਰੇ ਕੰਟਰੀ ਚੇਂਜ ਦਾ ਥੋੜਾ ਸੈੱਟ ਹੋ ਜਾਏ ਹੱਥ ਗੱਡੀ ਤੇ ਸੋ ਜਦੋਂ ਮੈਂ ਗੱਡੀ ਇੱਥੋਂ ਇੰਡੀਆ ਆ ਕੇ ਜਦੋਂ ਮੈਂ ਮੋੜਨੀ ਆ ਸੋ ਜਦੋਂ ਲੈਫਟ ਮੋੜਨਾ ਹੁੰਦਾ ਮੈਂ ਗੱਡੀ ਲੈਫਟ ਮੋੜ ਕੇ ਸਾਹਮਣੇ ਰਾਈਟ ਸਾਈਡ ਤੇ ਲੈ ਜਾਂਦੀ ਹਾਂ ਜਿੱਥੋਂ ਲੋਕ ਆ ਰਹੇ ਹੁੰਦੇ ਐਂਡ ਆਮ ਲਾਈਕ ਤੁਹਾਨੂੰ ਪਤਾ ਨਹੀਂ ਲੱਗਦਾ ਦੈਨ ਮਾਈ ਸਿਸਟਰ ਲਾਈਕ ਤੈਨੂੰ ਪਤਾ ਨਹੀਂ ਲੱਗਦਾ ਦਿਸ ਇਜ਼ ਨਾਟ ਕੈਨੇਡਾ ਚੱਲ ਉਧਰਲੇ ਪਾਸੇ ਚੱਲ ਸੋ ਫਿਰ ਬਸ ਇਹ ਹੈ ਰੂਲਸ ਥੋੜੇ ਜਿਹੇ ਜਿਵੇਂ ਕਿ ਐਮੀ ਸਰਗੁਣ ਤੁਹਾਡੀ ਬਹੁਤ ਖਾਸ ਨੇ ਤੇ ਕਦੇ ਇਦਾਂ ਆਇਆ ਕਿ ਤੁਸੀਂ ਇੱਕ ਪਾਰਟੀ ਪਲਾਨ ਕੀਤੀ ਹੋਵੇ ਜਾਂ ਗੈਟ ਟੂਗੇਦਰ ਪਲਾਨ ਕੀਤਾ ਹੋਵੇ ਤੇ ਇੱਕ ਟਾਈਮ ਹੋਵੇ ਕਿ ਆਪਾਂ ਇਸ ਟਾਈਮ ਤੇ ਮਿਲਣਾ ਆ ਤੇ ਤੁਸੀਂ ਟਾਈਮ ਸਿਰ ਪਹੁੰਚ ਗਏ ਹੋਵੋ ਪਰ ਬਾਕੀ ਸਾਰਿਆਂ ਦਾ ਕੋਈ ਅਤਾ ਪਤਾ ਨਾ ਹੋਵੇ ਤੇ ਤੁਸੀਂ ਆਪਣਾ ਗੁੱਸਾ ਜ਼ਾਹਿਰ ਕੀਤਾ ਹੋਵੇ ਬਾਅਦ ਚ ਕਿ ਤੁਸੀਂ ਲੇਟ ਆਏ ਹੋ ਕਿਉਂ ਲੇਟ ਆਏ ਹੋ ਇਹਦਾ ਹੋਇਆ ਕਦੇ ਪਾਰਟੀ ਤੇ basically I'm not a party girl and normal we get togethers ਮੈਂ ਘੱਟ ਅਟੈਂਡ ਕਰਦੀ ਹਾਂ I have very limited friends and ਜ਼ਿਆਦਾ ਨਾ ਮੈਂ ਖੋਲਦੀ ਹਾਂ ਕਿਸੇ ਨਾਲ ਨਾ ਮੇਰੇ ਕੋ ਓਵਰ ਪ੍ਰੀਟੈਂਡ ਹੁੰਦਾ ਹੈ ਸੋ ਪਾਰਟੀਜ਼ ਤੇ ਐਸ ਸੱਚ ਨਹੀਂ ਬਿਕਾਜ਼ ਵੈਸੇ ਵੀ ਮੈਂ ਸ਼ੂਟ ਕਰਕੇ ਆਈ ਗੋ ਬੈਕ ਟੂ ਕੈਨੇਡਾ ਤੇ ਸੈੱਟ ਤੇ ਬਹੁਤ ਵਾਰੀ ਹੋਇਆ ਸੈੱਟ ਤੇ ਸੁਪਨੇ ਦੇ ਸੈੱਟ ਤੇ ਠੰਡ ਹੋ ਗਈ ਸੀ ਸਵੇਰੇ ਦਾ ਮੈਨੂੰ ਟਾਈਮ ਦਿੱਤਾ ਜਾਂਦਾ ਹੈ ਕਿ ਯੂ ਹੈਵ ਟੂ ਬੀ ਦੇਅਰ ਸੈੱਟ ਤੇ ਪਹੁੰਚ ਜਾਣਾ 5 ਵਜੇ ਐਂਡ ਤੁਹਾਡਾ ਕੈਮਰਾ ਰੈਡੀ ਹੋਏਗਾ 6 ਵਜੇ 6:15 ਵੀ ਵਿਲ ਰੋਲ ਇਟ ਮੈਂ 1 ਘੰਟੇ ਦੀ ਡਰਾਈਵ ਹੈ ਮੈਂ 3 ਵਜੇ ਉੱਠ ਕੇ 3:30 ਵਜੇ ਤੱਕ ਆਪਣਾ ਕਰਕੇ ਆਈ ਗੋ ਟੂ ਦੀ ਕਾਰ ਕਿ ਮੈਂ 15 ਮਿੰਟ ਪਹਿਲੇ ਪਹੁੰਚਣਾ ਦੈਟਸ ਵਾਟ ਆਈ ਡੂ ਆਲਵੇਜ਼ ਕਿ ਮੈਂ 15 ਮਿੰਟ ਪਹਿਲੇ ਸੈੱਟ ਤੇ ਪਹੁੰਚਣਾ ਰੈਡੀ ਹੋਣ ਲਈ ਕਿਤੇ ਵੀ ਮੈਂ 15 ਮਿੰਟ ਪਹਿਲੇ ਪਹੁੰਚਣਾ ਮੈਂ ਉੱਥੇ ਪਹੁੰਚ ਰਹੀ ਹਾਂ ਉੱਥੇ ਵੈਨਸ ਨੂੰ ਲੋਕ ਲੱਗਿਆ ਕੋਲ ਕੋਈ ਹੈ ਨਹੀਂ ਨਾ ਕੋਈ ਕਾਸਟਿਊਮ ਨਾ ਕੋਈ ਆਪਣੀ ਟੀਮ ਦਾ ਮੈਂ ਤੇ ਮੇਰੀ ਟੀਮ ਤੇ ਅਸੀਂ ਉੱਥੇ ਬੈਠੇ ਹਾਂ ਕਿ ਭਾਈ ਵੈਨ ਖੋਲ ਦੋ ਹਮ ਤਾਂ ਆ ਗਏ ਹੈ ਸੋ ਉਸ ਗੱਲ ਤੇ ਮੇਰੀ ਕਈ ਵਾਰੀ ਹੁੰਦੀ ਸੀ ਕਿ ਯਾਰ ਮੈਨੂੰ ਵੀ ਘੰਟਾ ਲੇਟ ਦਾ ਟਾਈਮ ਦਿਆ ਕਰੋ ਨਾ ਕਿ ਮੈਂ ਕਿਉਂ ਇੰਨੀ ਜਲਦੀ ਆ ਜਾਂਦੀ ਹਾਂ ਸੋ ਅਦਰ ਦੈਨ ਦੈਟ ਨਹੀਂ ਐਂਡ ਮੈਨੂੰ ਗੁੱਸਾ ਨਹੀਂ ਆਉਂਦਾ ਹੈ ਸੱਚ ਸੋ ਐਦਾਂ ਕੁਝ ਨਹੀਂ ਹੈ ਕਿ ਮੈਂ ਲੜੀ ਹੋਵਾਂ ਕਿ ਐਂਡ ਮੋਸਟਲੀ ਮੈਂ ਅਨਨੋਨ ਬੰਦੇ ਨਾਲ ਤਾਂ ਮੈਂ ਲੜ ਵੀ ਨਹੀਂ ਸਕਦੀ ਇਟਸ ਜਸਟ ਕਿ ਕੋਈ ਮੇਰਾ ਬਹੁਤ ਆਪਣਾ ਹੈ ਨਾ ਸਿਰਫ ਉਹਨੂੰ ਪਤਾ ਹੈ ਕਿ ਮੈਂ ਕਿੰਨਾ ਸ਼ਾਊਟ ਕਰਦੀ ਹਾਂ ਜਾਂ ਮੈਂ ਕਿੰਨਾ ਗੁੱਸਾ ਕਰਦੀ ਹਾਂ ਕਿਉਂਕਿ ਉਹ ਬੰਦਾ ਆਈ ਫੀਲ ਲਾਈਕ ਉਹ ਮੇਰਾ ਹੈ ਐਂਡ ਮੈਂ ਇਹਦੇ ਨਾਲ ਐਕਸਪ੍ਰੈਸ ਕਰ ਸਕਦੀ ਆਪਣੀ ਫੀਲਿੰਗ ਅਦਰ ਦੈਨ ਦੈਟ ਕਦੇ ਵੀ ਨਹੀਂ ਤੇ ਇੰਡਸਟਰੀ 'ਚ ਕੋਈ ਇਦਾਂ ਦਾ ਬੰਦਾ ਜਿਹਨੂੰ ਪਤਾ ਹੋਵੇ ਜੋ ਤੁਹਾਡਾ ਆਪਣਾ ਜਿਹਨੂੰ ਸਾਰੀ ਕੁਝ ਪਤਾ ਹੈ ਕਿ ਬਟ ਆਮ ਨਾਟ ਗੋਇੰ ਟੂ ਡਿਸਕਲੋਜ਼ ਇਟ ਥੋੜਾ ਤਾਂ ਦੱਸ ਦਿਓ ਨਹੀਂ ਚਲੋ ਠੀਕ ਹੈ ਜੀ ਤੇ ਤੁਹਾਡੀ ਲਿਸਟ ਆਪਾਂ ਘੁੰਮਣ ਫਿਰਨ ਬਾਰੇ ਗੱਲਾਂ ਕਰ ਰਹੇ ਸੀ ਸਾਨੂੰ ਪਤਾ ਕਿ ਤੁਸੀਂ ਬਹੁਤ ਟਰੈਵਲਹੋਲਿਕ ਹੋ ਸੋ ਤੁਹਾਡੀ ਲਿਸਟ 'ਚ ਕੋਈ ਇਦਾਂ ਦੀਆਂ ਜਗ੍ਹਾਵਾਂ ਜਿਨ੍ਹਾਂ ਨੂੰ ਐਕਸਪਲੋਰ ਕਰਕੇ ਤੁਹਾਨੂੰ ਸਭ ਤੋਂ ਵੱਧ ਮਜ਼ਾ ਆਇਆ ਹੋਵੇ I've been to so many places ਉਹਨਾਂ ਚੋਂ ਇੱਕ ਹੈਗੀ ਹੈ ਬਰਮਿੰਗਮ
ਉਹ ਮੈਂ ਕੱਲਿਆਂ ਬਹੁਤ ਵਾਕ ਕਰਕੇ ਐਕਸਪਲੋਰ ਕੀਤਾ ਹੈ। ਦੈਨ ਆਈ ਵੈਂਟ ਟੂ ਨਾਇਗਰਾ, ਬਹੁਤ ਐਕਸਪਲੋਰ ਕੀਤਾ ਮੈਂ, ਬਹੁਤ ਮਤਲਬ ਐਦਾਂ ਟੂਰਿਸਟ ਵਕਨ ਨਹੀਂ ਕਿ ਜਸਟ ਗਏ ਵਿਜ਼ਿਟਡ ਐਂਡ ਜਸਟ ਕੇਮ ਬੈਕ। ਮੈਨੂੰ ਉੱਥੋਂ ਦਾ ਸਿੰਗਲ ਪਾਰਕ, ਸਭ ਤੋਂ ਸੋਹਣੇ ਵਾਲੇ ਘਰ ਕਿਹੜੇ ਨੇ, ਸਭ ਤੋਂ ਵੱਡੇ ਘਰ ਕਿਹੜੇ ਨੇ, ਐਂਡ ਕਿਹੜੀ ਰੋਡ ਸਭ ਤੋਂ ਸੋਹਣੀ ਹੈ, ਕਿੱਥੋਂ ਦਾ ਵਿਊ ਸਭ ਤੋਂ ਸੋਹਣਾ ਹੈ, ਮੈਂ ਐਦਾਂ ਐਕਸਪਲੋਰ ਕੀਤੀਆਂ ਨੇ ਸਿਟੀਜ਼। ਉਸ ਤੋਂ ਇਲਾਵਾ ਆਈ ਹੈਵ ਬੀਨ ਟੂ places, I mean many places, though beaches I love them। ਮੈਂ ਮੋਸਟਲੀ ਸਮਰਸ 'ਚ ਤੁਹਾਨੂੰ ਅੱਡ ਵੈਰਾਈਟੀ ਦੇ ਬੀਚ ਤੇ ਮਿਲੂੰਗੀ, ਤੁਸੀਂ ਮੇਰੇ ਸੋਸ਼ਲ ਮੀਡੀਆ ਤੇ ਵੀ ਵੇਖਦੇ ਹੋਵੋਗੇ। I love going different places। ਸੋ ਇਹੋ ਜਿਹੀਆਂ ਚੀਜ਼ਾਂ ਨੇ which is like ਇਹ ਨਹੀਂਗਾ ਕਿ ਮੈਨੂੰ ਬਿਲਕੁਲ ਹੀ ਕੋਈ ਆਰਕੀਟੈਕਚਰਲ ਪਲੇਸ ਚਾਹੀਦੀ ਐਕਸਪਲੋਰ ਕਰਨ ਲਈ। ਮੈਂ ਸ਼ਾਂਤੀ 'ਚ, ਖਾਲੀ ਜਗ੍ਹਾ 'ਚ, ਬਟ ਨੇਚਰ ਓਰੀਐਂਟਡ ਜਿਹਾ ਹੋਏ। ਨਾਓ ਆਈ ਐਮ ਪਲੈਨਿੰਗ ਟੂ ਗੋ ਟੂ ਪੈਰਿਸ ਵੈਰੀ ਸੂਨ ਐਂਡ ਦੈਟਸ ਟੂ ਆਈ ਡੂ ਅ ਸੋਲੋ ਟ੍ਰਿਪ। हाँ, so वो एक्सप्लोर करूँगी and that I'll share with you guys all over। ठीक है। So मैं ਤੁਹਾਡਾ Instagram हैंडल फॉलो करती ਹਾਂ ਤੇ ਉਹਦੀ ਡਿਸਕ੍ਰਿਪਸ਼ਨ 'ਚ ਸੁਪਨਾ ਦਾ ਇੱਕ ਡਾਇਲੌਗ ਲਿਖਿਆ ਹੋਇਆ ਹੈ ਕਿ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ। ਸੋ ਇਹ ਹਲੇ ਤੱਕ ਵੀ ਫਿਲਮ ਦੀ ਪ੍ਰੋਮੋਸ਼ਨ ਹੀ ਚੱਲ ਰਹੀ ਹੈ ਜਾਂ ਤਾਨਿਆ ਪਿਆਰ ਨੂੰ ਇੰਜੀ ਡਿਸਕ੍ਰਾਈਬ ਕਰਦੀ ਹੈ? ਪਿਆਰ ਡਿਸਕ੍ਰਾਈਬ ਹੀ ਮੈਂ ਇੱਦਾਂ ਕਰਦੀ ਹਾਂ ਐਂਡ ਇਹ ਹਮੇਸ਼ਾ ਲਈ ਹੀ ਇੱਦਾਂ ਰਹੇਗਾ ਕਿ ਸਿਰਫ ਇੱਕ ਉਹ ਇਮੋਸ਼ਨ ਹੈ ਜੋ ਸਭ ਤੋਂ ਵੱਡਾ ਇਮੋਸ਼ਨ ਹੈ। ਮੈਂ ਬੜੀ ਥਾਂ ਤੇ ਇਹ ਕਹਿੰਦੀ ਹਾਂ ਕਿ ਕਹਿੰਦੇ ਨਾ ਪਿਆਰ ਬਿਨਾ ਕੋਈ ਰੋਤਾ ਵੀ ਨਹੀਂ। ਜੇ ਪਿਆਰ ਇੱਕ ਇਹੋ ਜਿਹੀ ਇਮੋਸ਼ਨ ਹੈ, ਤੁਹਾਡਾ ਪੈਸਾ ਚੱਲ ਜਾਏ, ਤੁਹਾਨੂੰ ਥੋੜਾ ਦੁੱਖ ਹੋਏਗਾ, ਯੂ ਕੈਨ ਮੇਕ ਇਟ ਅਗੇਨ। ਤੁਹਾਡੀ ਕੋਈ ਵੱਡੇ ਤੋਂ ਵੱਡਾ ਨੁਕਸਾਨ ਹੋ ਜਾਏ, ਯੂ ਕੈਨ ਰਿਕਵਰ ਇਟ, ਬਟ ਇਫ ਯੂ ਲੂਜ਼ ਅ ਪਰਸਨ ਹੂ ਲਵਸ ਯੂ, that is the biggest loss that a humankind can face or any living person can face। so ਉਹ ਸੱਚ ਹੈ ਕਿ ਪਿਆਰ ਵੀ ਲਾਲਚ ਨਾਲ ਕੀਤਾ ਤੇ ਕੀ ਕੀਤਾ ਨਾ ਕਰੋ, just for your couple thing satisfaction ਕਿ ਥੋੜੇ ਕਿ ਤੁਹਾਡੇ ਕੰਮ ਨਿਕਲ ਆਣਗੇ ਜਾਂ ਥੋੜਾ ਕਿ ਤੁਹਾਨੂੰ ਬੈਨੀਫਿਟ ਹੋ ਜਾਏਗਾ। that is ਉਹ ਸ਼ੋਸ਼ਾ ਹੁੰਦਾ, ਉਹ ਸ਼ੋ ਆਫ ਹੁੰਦਾ, ਉਹ ਪਿਆਰ ਨਹੀਂ ਹੁੰਦਾ। ਸੋ ਉਹ ਇਦਾਂ ਹੀ ਹੈ, ਉਹ ਇਦਾਂ ਹੀ ਰਹੇਗਾ। ਉਹ ਜੋ ਸੁਪਨਾ ਪ੍ਰਮੋਸ਼ਨ ਨਸਤੇ ਨਹੀਂ ਰੱਖਿਆ ਹੋਇਆ ਮੈਂ, but that will stay there forever। ਸੋ ਸੁਪਨਾ ਦੇ ਕੋਈ ਬੈਸਟ ਮੂਮੈਂਟਸ ਜੋ ਐਮੀ ਵਿਰਕ ਜਾਂ ਜਗਦੀਪ ਜੀ ਨਾਲ ਜੁੜੇ ਹੋਣ? ਬੈਸਟ ਮੂਮੈਂਟਸ ਤੇ ਬਹੁਤ ਨੇ। ਅਸੀਂ 2 ਮਹੀਨੇ ਇਕੱਠੇ ਕੱਟੇ ਨੇ ਉੱਥੇ ਸੈੱਟ ਤੇ, ਬਹੁਤ ਮੂਮੈਂਟਸ। ਆਈ ਮੀਨ ਬੈਸਟ ਆਫ ਬੈਸਟ ਇਹ ਸੀ ਕਿ ਮੈਂ ਤੇ ਐਮੀ ਐਕਚੁਅਲੀ ਮੈਨੂੰ ਟੀਜ਼ ਕਰਦੇ ਸੀ ਬਹੁਤ ਜ਼ਿਆਦਾ। ਸੋ ਹੀ ਇਜ਼ ਲਾਈਕ ਹਾਂ ਬਈ ਸੋਹਣੀ ਲੱਗਦੀ ਵੀ ਤੂੰ, ਸੋਹਣੀ ਤਾਂ ਲੱਗਦੀ ਆ, ਐਨੇ ਨਹੀਂ ਕੁਛ ਕਰਨਾ, ਕਿਉਂ ਨਹੀਂ ਕਰਨਾ। ਸੋ ਤੇ ਮੇਰੀ ਤੇ ਐਮੀ ਦੀ ਨਾ ਥੋੜੀ ਬਹੁਤੀ ਚੱਲਦੀ ਰਹਿੰਦੀ ਸੀ। ਸੋ ਕਦੀ ਜਾਣਬੁੱਝ ਕੇ ਐਮੀ ਨੇ ਮੱਖਣ ਨੂੰ ਵੀ ਕਹਿ ਦੇਣਾ ਕਿ ਕਹਿਣ ਨਹੀਂ ਵਧੀਆ ਲੱਗਦੀ। ਸੋ ਸਾਰੇ ਨੇ ਛੇੜਨਾ ਮੈਨੂੰ ਐਦਾਂ ਕਰਕੇ ਤੇ ਮੈਂ ਫਿਰ ਗੁੱਸੇ ਹੋ ਜਾਣਾ, ਮੈਂ ਮੂੰਹ ਬਣਾ ਲੈਣਾ ਕਿ ਇਹ ਕੀ ਗੱਲ ਹੋਈ। ਤੇ ਇੱਕ ਵਾਰੀ ਕੀ ਹੋਇਆ, ਸੀਨ ਚੱਲਦਾ ਸੀ। ਹਾਂ ਮੈਂ ਤੁਹਾਨੂੰ ਦੱਸਦੀ ਹਾਂ, ਸੀਨ ਚੱਲਦਾ ਸੀ। ਹੋਇਆ ਨਹੀਂ ਕਿ ਜਿੱਥੇ ਉਹ ਕਹਿੰਦੇ ਜ਼ਿਆਦਾ ਨਾ ਭੋਲੂ ਨਾ ਬਣ, ਹੈ ਨਾ, ਜਿਹਦਾ ਉਹ ਕਹਿੰਦਾ ਕਿ ਮੈਂ ਤੈਨੂੰ ਵੇਖ ਲਿਆ ਕਰਾਂ, ਜ਼ਿਆਦਾ ਭੋਲੂ ਨਾ ਬਣ, ਉਹ ਤੇ ਤੂੰ ਜਿਵੇਂ ਮੈਨੂੰ ਵੇਖਦਾ ਨਹੀਂ, ਤੇਰੀ ਮਰਜ਼ੀ ਨਾਲ ਵੇਖਣ ਦੇ ਸਵਾਦ ਹੋ ਰਿਹਾ ਏਦਾਂ ਕਰਕੇ। ਉਹ ਸੀਨ ਤੋਂ ਪਹਿਲੇ ਤੁਸੀਂ ਮੰਨੋਗੇ ਨਹੀਂ, ਮੈਂ ਤੇ ਐਵੇਂ ਲੜ ਰਹੀ ਸੀ ਕਿ ਮੇਰੀ ਅੱਖਾਂ ਨਹੀਂ ਖੋਲ ਰਹੀਆਂ ਸੀ ਤੇ ਐਮ ਲਾਈਕ ਕੀ ਹੈ ਤੇਰੀ ਅੱਖਾਂ ਨਹੀਂ ਖੋਲਦੀ, ਮੈਂ ਕਿਹਾ ਧੁੱਪ ਪਈ ਜਾਂਦੀ ਸਾਹਮਣੇ, ਅੱਖਾਂ ਨਹੀਂ ਖੋਲਦੀਆਂ। ਸੋ ਉਸ ਤੋਂ ਬਾਅਦ ਮਾਈਕ ਤੇ ਜਗਦੀਪ ਸਰ ਦੀ ਆਵਾਜ਼ ਆਈ, ਸੋਟੀਆਂ ਭੇਜਾਂ, ਲੜ ਲਓ ਤੁਸੀਂ ਦੋਵੇਂ ਜਣੇ। ਅਸੀਂ ਦੋਵੇਂ ਚੁੱਪ। ਤੇ ਐਗਜ਼ੈਕਟਲੀ ਜਦੋਂ ਹੋਇਆ ਐਕਸ਼ਨ, ਅਸੀਂ ਲੜ ਰਹੇ ਹਾਂ ਆਪਸ ਚ, ਲੜ ਵੀ ਕੀ ਰਹੇ ਮਤਲਬ ਉਹ ਵੀ ਹੈ ਨਾ ਲੱਗਿਆ ਨਾਲੇ ਐਕਸ਼ਨ ਵਾਸ ਲਾਈਕ ਮੈਂ ਤੈਨੂੰ ਵੇਖ ਲਿਆ ਕਰਾਂ, ਜ਼ਿਆਦਾ ਨਾ ਭੋਲੂ ਨਾ ਬਣ, ਉਹ ਜਿਵੇਂ ਤੂੰ ਮੈਨੂੰ ਵੇਖਦਾ ਸੀ। ਸੋ ਉਹ ਬਹੁਤ ਵਧੀਆ ਜੇ ਮੂਮੈਂਟ ਸੀ। ਆਈ ਥਿੰਕ ਅਸੀਂ ਜਗਦੀਪ ਸਰ ਨੂੰ ਬਹੁਤ ਤੰਗ ਕੀਤਾ। ਜੇ ਆਪਾਂ ਤੁਹਾਡੀ ਫਿਲਮਾਂ ਜਾਂ ਗਾਣਿਆਂ ਦੀ ਗੱਲ ਕਰੀਏ ਤੇ ਸਾਰੀ ਫਿਲਮਾਂ ਜਾਂ ਗਾਣਿਆਂ 'ਚ ਤੁਹਾਡੀ ਪਿਆਰ ਵਾਲੀ ਕਿਸਮਤ ਥੋੜੀ ਵੀਕ ਹੀ ਲੱਗਦੀ ਹੈ, ਏਦਾਂ ਕਿਉਂ? ਮੈਨੂੰ ਤੇ ਮੇਰੀ ਪਿਆਰ ਵਾਲੀ ਕਿਸਮਤ ਉਦਾਂ ਹੀ ਵੀਕ ਲੱਗਦੀ ਹੈ। ਸੋ ਵੀਕ ਐਜ਼ ਇਫ ਕਿ ਪੁਆਇੰਟ ਤੇ ਤੁਸੀਂ ਬਹੁਤ ਵਧੀਆ ਲੱਭਿਆ। ਦੈਟਸ ਅ ਫੈਕਟ ਕਿ ਮੋਸਟਲੀ ਮੈਂ ਮੂਵੀਜ਼ ਲੈਟ ਗੋ ਹੀ ਕੀਤਾ ਯਾਰ, ਚੱਲ ਜੋ ਚਲੋ, ਐਂਡ ਸੈਕਰੀਫਾਈਸਿਸ ਹੀ ਦਿੱਤੇ ਨੇ। ਇੱਕੋ ਮੂਵੀ 'ਚ ਹਜੇ ਤੱਕ ਮੇਰਾ ਵਿਆਹ ਹੋਇਆ, ਉਸ ਤੋਂ ਬਾਅਦ 2 ਗਾਣੇ ਆਏ, ਉਹਦੇ 'ਚ ਵੀ ਇੱਕ 'ਚ ਮੈਨੂੰ ਚੀਟ ਕਰਤਾ, ਇੱਕ 'ਚ ਸਾਡੀ ਲੜਾਈ ਹੋਈ ਸੀ। ਸੋ ਯਾ ਇਹ ਮੈਨੂੰ ਲੱਗਦਾ ਇਟਸ serious thing to discuss on, है ना, serious चीज़ है to all the directors and all the writers जो मेरे लिए कोई मूवी बना रहे हैं। ਹੁਣ ਪਲੀਜ਼ ਮੇਰਾ ਵਿਆਹ ਕਰਾ ਦਿਓ ਮੂਵੀ 'ਚ, ਹੁਣ ਨਹੀਂ, ਬਸ ਬਹੁਤ ਹੋ ਗਿਆ। ਹਾਂ ਹੁਣ ਮੈਨੂੰ ਇੰਟਰਵਿਊ 'ਚ ਵੀ ਪੁੱਛਣਾ ਸ਼ੁਰੂ ਹੋ ਗਿਆ ਕਿ ਤੁਹਾਡੀ ਲਵ ਲਾਈਫ ਔਨ ਸਕਰੀਨ ਵੀ ਵਧੀਆ ਨਹੀਂ ਚੱਲਦੀ। ਬੇਸਿਕਲੀ ਆਈ ਐਮ ਥਿੰਕਿੰਗ ਕਿ ਤੁਸੀਂ ਇੰਡਾਇਰੈਕਟਲੀ ਮੇਰੀ ਪਰਸਨਲ ਲਾਈਫ ਤੇ ਨਹੀਂ ਪੁੱਛਣਾ ਚਾਹੁੰਦੇ ਸੀ। ਨਹੀਂ ਉਹ ਤਾਂ ਤੁਸੀਂ ਡਿਸਕਸ ਕਰੋਗੇ ਨਹੀਂ ਜੇਕਰ ਆਪਾਂ ਪੁੱਛ ਵੀ ਲਿਆ। ਜਿਹਦੀ ਔਨ ਸਕਰੀਨ ਇਹੋ ਜਿਹੀ ਉਹਦੀ ਆਫ ਸਕਰੀਨ ਸੋਚੋ ਕੀ ਹੋਏਗੀ। ਡੋਂਟ ਆਸਕ। ਸੋ ਬਹੁਤ ਸਾਰੇ ਲੋਕੀ ਜਿਹੜੇ ਨੇ ਉਹ ਤੁਹਾਡੇ ਫੈਨਸ ਤਾਂ ਹੈ ਹੀ ਨਹੀਂ, ਪਰ ਬਹੁਤ ਸਾਰੇ ਮੁੰਡਿਆਂ ਦੇ ਤੁਸੀਂ ਕ੍ਰਸ਼ ਵੀ ਹੋਣਗੇ। ਸੋ ਪਲੀਜ਼ ਸਭ ਤੋਂ ਪਹਿਲਾਂ ਨਾ ਉਹਨਾਂ ਮੁੰਡਿਆਂ ਨੂੰ ਕਲੀਅਰ ਕਰ ਦਿਓ ਕਿ ਤੁਹਾਡੇ ਪਾਰਟਨਰ 'ਚ ਉਹ ਕਿਹੜੀਆਂ 4 ਖੂਬੀਆਂ ਹੋਣੀਆਂ ਚਾਹੀਦੀਆਂ ਨੇ।
मैं कैसे ना इनडायरेक्टली she's asking me and 4 खूबियां ओके पहली ਗੱਲ my partner should be very much ambitious ਉਹਦੇ ਜ਼ਿੰਦਗੀ 'ਚ ਕੋਈ ਗੋਲ ਹੋਣੇ ਚਾਹੀਦੇ ਉਹ ਉਹਦੇ ਲਈ ਇੱਕ ਸੈਟਅਪ ਹੋਣਾ ਚਾਹੀਦਾ ਮੈਂ ਕੁਝ ਅਚੀਵ ਕਰਨਾ ਹੈ ਉਹ ਇੱਕ ਮਤਲਬ ਉਹਨੂੰ ਇੱਕ ਮੋਟੀਵੇਸ਼ਨ ਹੋਣੀ ਚਾਹੀਦੀ ਹੈ ਦੈਟ ਮੈਂ ਇਹ ਚੀਜ਼ ਕਰਨੀ ਹੈ ਮੈਂ ਅੱਗੇ ਵਧਣਾ ਹੈ ਬਿਕਾਜ਼ ਜਦੋਂ ਫੈਮਿਲੀ 'ਚ ਇੱਕ ਬੰਦਾ ਵੀ ਇਹੋ ਜਿਹਾ ਹੁੰਦਾ ਨਾ ਉਸ ਚੀਜ਼ ਦਾ ਇੰਪੈਕਟ ਬਹੁਤ ਪੈਂਦਾ ਹੈ ਤੁਹਾਡੇ ਆਸ-ਪਾਸ ਸਾਰੀ ਫੈਮਿਲੀ ਤੇ ਸੋ ਉਹ ਚੀਜ਼ ਉਹ 'ਚ ਹੋਣੀ ਚਾਹੀਦੀ ਹੈ ਬਿਕਾਜ਼ ਆਈ ਵਾਂਟ ਟੂ ਸੀ ਦੈਟ ਥਿੰਗ ਇਨ ਮਾਈ ਕਿਡਸ ਆਲਸੋ ਸੋ ਫਿਰ ਜੇ ਉਹਦਾ ਫਾਦਰ ਮੋਟੀਵੇਟਡ ਹੋਏਗਾ ਐਂਬੀਸ਼ੀਅਸ ਹੋਏਗਾ ਤਾਂ ਹੀ ਮੇਰੇ ਜਵਾਕ ਮੋਟੀਵੇਟਡ ਐਂਬੀਸ਼ੀਅਸ ਸੈਕੰਡਲੀ ਹੀ ਸ਼ੁੱਡ ਬੀ ਹਾਂ ਉਹਨੂੰ ਨਾ ਪ੍ਰੋਫੈਸ਼ਨਲ ਐਂਡ ਕਰੀਅਰ ਲਾਈਫ ਦੇ ਵਿੱਚ ਫੈਮਿਲੀ ਲਾਈਫ ਦੇ ਵਿੱਚ ਥੋੜਾ ਕਿ ਜਿੰਨਾ ਬੈਲੈਂਸ ਰੱਖਣਾ ਆ ਜਾਏ ਬਿਕਾਜ਼ ਜੇ ਹੁਣ ਜ਼ਿਆਦਾ ਐਂਬੀਸ਼ੀਅਸ ਵੀ ਹੋ ਗਿਆ ਟਾਈਮ ਤਾਂ ਮੈਨੂੰ ਦੇਗਾ ਨਹੀਂ ਆਫ ਕੋਰਸ ਸੋ ਆਈ ਜਸਟ ਵਾਂਟ ਕਿ ਨੋ ਡਾਊਟ ਆਪਣੇ ਪ੍ਰੋਫੈਸ਼ਨ ਨੂੰ ਪੂਰਾ ਟਾਈਮ ਦੇ ਬਟ ਦੇयर ਸ਼ੁੱਡ ਬੀ ਸਪੈਸਿਫਿਕ ਇੰਪੋਰਟੈਂਸ ਫॉर योर ਫੈਮਿਲੀ ਜੋ ਉਹਦੇ ਲਈ ਟਾਈਮ ਦੇ ਜੋ ਮੈਂ ਵੀ ਦਿੰਦੀ ਹਾਂ ਐਂਡ ਆਈ ਫੀਲ ਲਾਈਕ ਸਭ ਨੂੰ ਦੇਣਾ ਚਾਹੀਦਾ ਟੂ ਫੈਮਿਲੀ ਕਮਸ ਫਰਸਟ 2 ਹੋ ਗਿਆ ਤੀਜੀ ਕੁਆਲਿਟੀ ਹੋਰ ਕੀ ਹੋ ਸਕਦਾ ਹੈ 2 ਸਭ ਤੋਂ ਵੱਡੀਆਂ ਚੀਜ਼ਾਂ ਸੀ ਜੋ ਮੈਂ ਰੱਖਦੀ ਹਾਂ you should be loving and loyal very important thing in a guy ਮੇਰਾ ਲੇਟ ਵਿਆਹ ਹੋ ਜੇ ਮੇਰਾ ਬਹੁਤ ਲੇਟ ਵਿਆਹ ਹੋ ਜੇ ਜਾਂ ਫਿਰ ਨਾ ਹੋਵੇ ਬਟ ਜੇ ਹੋਵੇ ਤੇ ਮੁੰਡਾ should be loving and caring and loyal that's what I rely on because ਮੈਨੂੰ ਪਤਾ ਹੈ I give my 100% so I want ਕਿ ਅਗਲੇ ਬੰਦੇ ਤੋਂ ਵੀ ਐਫਰਟਸ ਹੋਣ ਇਹ ਨਹੀਂ ਕਿ ਇੱਕੋ ਜਣਾ ਲਾਈ ਜਾਏ ਟੂ ਰਨ ਔਨ ਦੀ ਫੈਮਿਲੀ ਸੋ 3 ਹੀ ਬਹੁਤ ਨੇ ਬਹੁਤ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਮੁੰਡਿਆਂ ਨੇ ਤਾਂ ਸੁਣ ਕੇ ਮੇਰੇ ਤੋਂ ਉਮੀਦ ਹੀ ਛੱਡ ਦੇਣੀ ਕਿ ਭਾਈ इसकी तो एक्सपेक्टेशन बहुत है ਤੇ ਇਹ ਕੁਐਸਚਨ ਤਾਂ ਮੁੰਡਿਆਂ ਨੇ ਪੱਕਾ ਰਿਪੀਟ ਕਰ ਵੇਖਣਾ ਹੈ ਤੇ ਬਹੁਤ ਮੈਸੇਜ ਵੀ ਆਣਗੇ ਤੁਹਾਨੂੰ ਮੈਨੂੰ ਲੱਗਦਾ these are the 3 basic things ਜੋ ਹਰ ਕੁੜੀ ਨੂੰ ਚਾਹੀਦੀ ਹੈ ਹਾਂ ਬਿਲਕੁਲ ਠੀਕ ਹੈ ਪੈਸੇ ਇਫ ਯੂ ਬੋਥ ਆਰ ਐਜੂਕੇਟਡ ਤੁਸੀਂ ਦੋਵੇਂ ਜਣੇ ਬਹੁਤ ਮਿਹਨਤ ਕਰਦੇ ਹੋ ਤੁਸੀਂ ਦੋਵੇਂ ਕਮਾ ਲਓਗੇ ਐਟ ਅ ਪੁਆਇੰਟ ਤੁਹਾਡੀ ਅੰਡਰਸਟੈਂਡਿੰਗ ਵਧੀਆ ਤੁਸੀਂ ਪੈਸੇ ਬਣਾ ਲਓਗੇ ਗੱਡੀ ਖਰੀਦ ਲਓਗੇ ਯੂ ਕੈਨ ਡੂ ਐਨੀਥਿੰਗ ਦੈਟ ਯੂ ਵਾਂਟ ਟੂ ਡੂ ਬਟ ਜੇ ਤੁਹਾਡੀ ਅੰਡਰਸਟੈਂਡਿੰਗ ਨਹੀਂ ਗੀ ਨਾ ਜੇ ਤੁਸੀਂ ਇੱਕ ਦੂਜੇ ਨੂੰ ਮੋਟੀਵੇਟ ਨਹੀਂ ਕਰ ਰਹੇ ਜੇ ਤੁਸੀਂ ਇੱਕ ਦੂਜੇ ਦੇ ਸਿਰਫ ਫਲॉज ਹੀ ਕੱਢ ਰਹੇ ਹੋ ਤੇਰੇ ਚ ਕਮੀ ਤੁਸੀਂ ਵੱਧ ਵੀ ਨਹੀਂ ਸਕਦੇ ਤੁਸੀਂ ਦੂਸਰੇ ਨੂੰ ਵਧਣ ਵੀ ਨਹੀਂ ਦੇ ਸਕਦੇ ਸੋ ਇਟਸ ਵੈਰੀ ਇੰਪੋਰਟੈਂਟ ਕਿ ਤੁਹਾਡੀ ਅੰਡਰਸਟੈਂਡਿੰਗ ਹੋਏ ਤੁਸੀਂ ਇੱਕ ਦੂਜੇ ਨੂੰ ਐਪਰੀਸ਼ੀਏਟ ਕਰੋ ਐਂਡ ਐਟ ਟਾਈਮਸ ਕਿ ਜਦੋਂ ਤੁਹਾਡਾ ਪਾਰਟਨਰ ਲੋ ਫੀਲ ਕਰਦਾ ਹੈ ਉਹਨੂੰ ਪੁਸ਼ ਕਰੋ ਕਿ ਯੂ ਕੈਨ ਡੂ ਦੈਟ ਵਾਈ ਕਾਂਟ ਦੁਨੀਆ ਕਰ ਰਹੀ ਹੈ ਤੂੰ ਕਿਉਂ ਨਹੀਂ ਸੋ ਆਈ ਥਿੰਕ ਉਹ ਚੀਜ਼ ਸਿਰਫ ਇੱਕ ਪੁਆਇੰਟ ਤੇ ਆ ਕੇ ਤੁਹਾਡਾ ਪਾਰਟਨਰ ਹੀ ਕਰ ਸਕਦਾ ਬਿਲਕੁਲ ਸੋ ਦੈਟਸ ਵਾਈ ਇਟਸ ਵੈਰੀ ਇੰਪੋਰਟੈਂਟ ਗਾਈਜ਼ ਆਪਣਾ ਪਾਰਟਨਰ ਜਦੋਂ ਵੀ ਚੂਜ਼ ਕਰਨਾ ਹੈ ਟੇਕ ਯੋਰ ਪ੍ਰੋਪਰ ਟਾਈਮ ਇੱਕ ਦੂਜੇ ਨੂੰ ਸਮਝੋ ਸੋਚੋ ਐਂਡ ਦੈਨ ਗੋ ਫॉर ਇਟ ਜਸਟ ਡੋਨਟ ਗੋ ਫॉर ਦੀ ਅਟਰੈਕਸ਼ਨਸ that doesn't last long ਤੁਸੀਂ ਇੰਸਟਾਗ੍ਰam ਤਾਂ ਯੂਜ਼ ਕਰਦੇ ਹੋ ਸੇ ਤੁਸੀਂ ਬਹੁਤ ਸਾਰੇ ਪੈਟਸ ਨਾਲ ਆਪਣੀ ਫੋਟੋ ਸ਼ੇਅਰ ਕੀਤੀ ਹੈ ਸੋ ਆਰ ਯੂ ਅ ਪੈਟ ਲਵਰ yes of course I am ਮੇਰੇ ਕੋ ਬਹੁਤ ਸਾਰੇ dogs ਨੇ so I love them basically I'm animal lover so it's not all just the pets that I love ਮੈਨੂੰ ਬਾਹਰੋਂ ਵੀ ਕੋਈ ਵੇਖਦਾ I just love animals any species ਸਿਰਫ crocodile ਨੂੰ ਛੱਡ ਕੇ I love everybody ਸੋ ਕਿੰਨੇ ਕਿ ਡੌਗਸ ਨੇ ਤੁਹਾਡੇ ਕੋਲ I have 12 right now 12 ਰਾਈਟ ਨਾਓ ਸੋ ਇਕੱਠਿਆਂ ਨੂੰ ਸੰਭਾਲਦੇ ਕਿਵੇਂ ਹੋ ਅਸੀਂ ਉਹਨਾਂ ਦਾ ਕੇਅਰ ਟੇਕਰ ਰੱਖਿਆ ਹੈ ਅੱਛਾ। ਪਲੱਸ I take care of them when I'm in India for ਮੇਰੀ ਸਿਸਟਰ ਵੀ ਉਹਨਾਂ ਦਾ ਬਹੁਤ ਧਿਆਨ ਰੱਖਦੀ ਹੈ so they're not pets towards us they are kids to us so ਤੁਹਾਨੂੰ ਪਤਾ ਹੈ ਹਰ ਇੱਕ ਦੀ ਇੱਕ ਇੰਡੀਵਿਜੂਅਲ ਨੇਚਰ ਹੈ ਹਰ ਕੋਈ ਆਪਣੇ ਤਰੀਕੇ ਦਾ ਹੈ ਐਂਡ ਹਰ ਕਿਸੇ ਦਾ ਤੁਹਾਨੂੰ ਗੱਲ ਦੱਸਣ ਦਾ ਤਰੀਕਾ ਹੋਰ ਹੈ so they are different I mean ਕੋਈ ਵੀ ਲਿਵਿੰਗ ਫਾਰਮ ਹੈ ਨਾ ਧਰਤੀ ਤੇ that's different ਐਂਡ ਬਹੁਤ ਮਜ਼ਾ ਆਉਂਦਾ ਹੈ ਉਹਨਾਂ ਨੂੰ ਸਮਝ ਕੇ ਆਪਣੇ ਆਪ ਐਂਡ ਇਹ ਇੱਕ ਅਲੱਗ ਲੈਵਲ ਦੀ ਖੁਸ਼ੀ ਮਿਲਦੀ ਜਦੋਂ ਸਾਨੂੰ ਉਹਨਾਂ ਦੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੇ ਬਿਨਾਂ ਬੋਲੇ ਸੋ ਹਰ ਕਿਸੇ ਨੂੰ ਲਾਈਫ 'ਚ ਪੈਟਸ ਰੱਖਣੇ ਚਾਹੀਦੇ ਹੈ ਬਿਕਾਜ਼ ਤੁਸੀਂ ਬਹੁਤ ਕੁਝ ਸਿੱਖਦੇ ਹੋ ਉਹਨਾਂ ਤੋਂ ਕਿ ਉਹ ਬੋਲਦੇ ਨਹੀਂ ਗਏ ਵਟ ਐਵਰ ਯੂ ਆਰ ਡੂਇੰਗ ਦੇ ਆਰ ਹੈਪੀ ਵਿਦ ਯੂ ਉਹ ਚੀਜ਼ਾਂ ਆਪਣੇ ਅੰਦਰ ਵੀ ਹੌਲੀ ਹੌਲੀ ਆ ਜਾਂਦੀਆਂ ਕਿ ਤੁਸੀਂ ਲੈਸ ਕੰਪਲੇਨਿੰਗ ਹੋ ਜਾਂਦੇ ਹੋ ਲੈਸ ਆਰਗੂਇੰਗ ਹੋ ਜਾਂਦੇ ਹੋ ਯੂ ਬਿਕਮ ਮੋਰ ਸੌਫਟ ਤੁਹਾਨੂੰ ਬਿਨਾਂ ਕਹੇ ਦੂਜਿਆਂ ਦੀ ਪ੍ਰੋਬਲਮ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ ਸੋ that's a must have thing ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਡ੍ਰੀਮ ਪ੍ਰੋਜੈਕਟ ਦੀ okay ਹਰ ਇੱਕ ਆਰਟਿਸਟ ਆਪਣੀ ਲਾਈਫ 'ਚ ਸੋਚਦਾ ਹੈ ਕਿ ਕਾਸ਼ ਕੋਈ ਇਦਾਂ ਦਾ ਪ੍ਰੋਜੈਕਟ ਮਿਲ ਜਾਵੇ ਮੈਨੂੰ ਸੋ ਉਹ ਕਾਸ਼ ਕਿਹੜਾ ਹੈ ਤੁਹਾਡੀ ਲਾਈਫ 'ਚ I just want to perform a role ਜਿਹਦੇ ਵਿੱਚ I mean roller coaster rides ਹੋਣ ਉਹ perform ਕਰਨਾ ਚਾਹੁੰਦੀ ਮੈਂ ਹਰ genre I want to touch every genre I want to touch and ਜੇ ਮਾਰਾ ਸੁੱਖ ਰੱਖੇ ਮੈਂ ਤੁਹਾਡੇ ਲਈ ਬਹੁਤ ਸਾਰੇ ਜਨਰਸ ਟੱਚ ਵੀ ਕਰੂੰਗੀ ਅੱਜ ਤੱਕ ਮੈਨੂੰ ਬਹੁਤ ਪਿਆਰ ਦਿੱਤਾ ਹੈ ਸਾਡੀ ਆਡੀਅנס ਨੇ ਅੱਗੇ ਵੀ ਤੁਸੀਂ ਐਂ ਸਪੋਰਟ ਕਰਦੇ ਰਹੋ I'll give my everything to perform good for you guys but ਇੱਕ ਪ੍ਰੋਜੈਕਟ ਮੈਂ ਕੋਈ ਇਹੋ ਜਿਹਾ ਕਰਨਾ ਚਾਹੁੰਦੀ ਹਾਂ ਜਿਸ 'ਚ ਰੋਲਰ ਕੋਸਟਰ ਹੋਵੇ ਮਤਲਬ from a good very sweet life to facing the problems then fluctuating to becoming
independent, then becoming viral, then becoming rude, then becoming criminal, so tragic, so sab kuch jehde ch I can perform the variety, the versatility that I can show to my audience. मैं ਉਹ ਜਿਹਾ ਰੋਲ ਪਰਫਾਰਮ ਕਰਨਾ ਚਾਹੁੰਦੀ ਹਾਂ, ਮੈਨੂੰ ਨਹੀਂ ਪਤਾ ਕਿਦੋਂ ਆਏਗਾ ਉਹ, ਬਟ ਆਈ ਥਿੰਕ ਆਈ'll keep on working hard for that, and ਕਦੀ ਨਾ ਕਦੀ ਤੇ ਆਏਗਾ ਹੀ। ਸੋ ਕਦੇ ਕੋਈ ਮੂਵੀ ਜਾਂ ਕੋਈ ਸੀਰੀਜ਼ ਵੇਖ ਕੇ ਲੱਗਿਆ ਕਿ ਆਹ ਵਾਲਾ ਰੋਲ ਹੀ ਤਾਂ ਹੈਗਾ ਜੋ ਮੈਂ ਪਰਫਾਰਮ ਕਰਨਾ ਚਾਹੁੰਦੀ ਹਾਂ? ਬਹੁਤ ਸਾਰੇ ਆਈ ਮਸਟ ਸੇ ਸਿੰਸ ਆਲਵੇਜ਼ ਮੈਨੂੰ ਯਸ਼ ਚੋਪੜਾ ਦੀ ਹੀਰੋਇਨ ਬਣਨਾ ਸੀ, ਬਿਕਾਜ਼ ਕਿਹਾ ਜਾਂਦਾ ਸੀ ਕਿ ਜਿਹਨੇ ਯਸ਼ ਚੋਪੜਾ ਨਾਲ ਕੰਮ ਨਹੀਂ ਕੀਤਾ ਉਹ ਹੀਰੋਇਨ ਹੀ ਹੈ ਨਹੀਂ, ਰਾਈਟ? ਸੋ ਯਸ਼ ਚੋਪੜਾ ਦੀ ਹੀਰੋਇਨ ਇਜ਼ ਦੀ ਹੀਰੋਇਨ, ਐਂਡ ਇਹ ਦੀ ਗੱਲ ਹੁੰਦੀ ਸੀ, ਐਂਡ ਦੈਨ ਸਡਨਲੀ ਵਨ ਡੇ ਹੀ ਡਾਈਡ, ਐਂਡ ਆਈ ਵਾਸ ਸੋ ਅਪਸੈਟ। ਮੇਰੇ ਘਰ ਤੇ ਪੁੱਛਣ ਹੋਇਆ ਕੀ ਤੈਨੂੰ, ਮੈਂ ਹੁਣ ਕੀ ਕਹਾਂ ਕਿ ਮੈਂ ਤੇ ਐਕਟਰ ਬਣਨਾ ਨਹੀਂ ਤੁਹਾਨੂੰ ਦੱਸ ਰਹੀ, ਮੈਂ ਤੁਹਾਨੂੰ ਕੀ ਦੱਸਾਂ ਕਿ ਮੈਂ ਕਿਉਂ ਅਪਸੈਟ ਆ। then 1-2 दिन बाद मम्मी लाइक होया कि है, what happened to you, बोल नंबर नहीं आए, what happened to you, like यश चोपड़ा मार गया, like तेनू क्या मम्मी मैं यश चोपड़ा दी हीरोइन बनना सी। so बहुत सारी चीज़ां ने then I saw संजय लीला बंसाली सर's thing, so मैंने वो भी बहुत छोटे होंदे तो इम्पैक्ट किया। I've seen almost all his films, and then I was like हुन मैं इन्हां नाल काम करना ही करना है, जो मर्जी हो जाए। That's literally a dream thing that I'm gonna work with Sanjay Leela Bhansali sir one day. I hope I mean मैंने still goosebumps आते हैं to think that कि मैं वो चीज़ करनी है। So बहुत सारे roles ने हो जाए जिन्हें मैं play करना चाहती हूँ। ਹੁਣ ਆਪਾਂ ਕਰਨ ਜਾ ਰਹੇ ਹਾਂ ਇੱਕ ਐਕਟ, ਠੀਕ ਹੈ? ਸੋ ਮੈਂ ਤੁਹਾਨੂੰ ਸਿਚੁਏਸ਼ਨ ਦੂੰਗੀ ਕਿ ਤੁਸੀਂ ਸਪੋਜ਼ ਕਰੋ ਕਿ ਮੁੰਡਾ ਹੋ ਤੇ ਮੈਂ ਕੁੜੀ ਦੀ ਮਦਰ, ਠੀਕ ਹੈ? ਤੇ ਤੁਸੀਂ ਮੈਨੂੰ ਕਨਵਿੰਸ ਕਰਨਾ ਕਿ ਕਿਵੇਂ ਤੁਸੀਂ ਮੇਰੀ ਕੁੜੀ ਦਾ ਰਿਸ਼ਤਾ ਮੰਗਣ ਲਈ ਆਏ ਹੋ, ਤੇ ਮੈਨੂੰ ਕਨਵਿੰਸ ਕਰਨਾ ਤੁਸੀਂ। This is as equal as job interview, ਆਪਣੇ ਆਪ ਨੂੰ ਪ੍ਰੂਵ ਕਰਕੇ ਆਣਾ ਤੁਸੀਂ ਇੱਕ ਮੀਟਿੰਗ ਦੇ ਵਿੱਚ, ਓਕੇ? ਸਤਿ ਸ਼੍ਰੀ ਅਕਾਲ ਆਂਟੀ, ਪੈਰੀ ਪੈਣਾ। ਸਤਿ ਸ਼੍ਰੀ ਅਕਾਲ ਜੀ। ਆਂਟੀ ਮੈਂ ਨਾ ਗ੍ਰੈਜੂਏਸ਼ਨ ਕੀਤੀ ਹੈ, ਮੈਂ ਪੋਸਟ ਗ੍ਰੈਡ ਕੀਤੀ ਹੈ, ਤੇ ਮੈਂ ਕੈਨੇਡਾ 'ਚ ਜੌਬ ਕਰਦਾ, ਤੇ ਵਧੀਆ ਮੇਰਾ ਸੈਟਅਪ ਵਧੀਆ, ਘਰ ਦੇ ਮੇਰੇ ਪੜ੍ਹੇ ਲਿਖੇ ਹੈ, ਸੋ ਆਲਮੋਸਟ ਆਲ ਗੁੱਡ, ਐਂਡ ਮਤਲਬ ਮੈਂ ਆਪ ਕੰਮ ਕਰਦਾ, ਸੋ ਉਸ ਚੀਜ਼ ਦੀ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਮੇਰੇ ਘਰਦਿਆਂ ਦੇ ਸਿਰ 'ਤੇ ਕੁਛ ਹੈ, ਬਟ ਮੈਂ ਚਾਹੁੰਦਾ ਕਿ ਆਈ ਮੀਨ ਤੁਹਾਡੀ ਕੁੜੀ ਬਹੁਤ ਵਧੀਆ, ਸੋ ਅਸੀਂ ਜੇ ਤੁਹਾਡਾ ਆਈ ਮੀਨ ਤੁਹਾਡੀ ਪਰਮਿਸ਼ਨ ਹੋਏ ਤੇ। ਦੇਖੋ ਮੈਨੂੰ ਨਾ ਇਹਦੇ ਪਾਪਾ ਨਾਲ ਗੱਲ ਕਰਨੀ ਪੈਣੀ ਹੈ, ਸੋ ਮੇਰੇ ਲਈ ਵੀ ਸੌਖਾ ਨਹੀਂ ਹੈਗਾ, ਸੋ ਤੁਸੀਂ ਆਪਣੀ ਖੂਬੀਆਂ ਦੱਸੋ ਕਿ ਤੁਸੀਂ ਕਿਉਂ ਮੈਂ ਆਪਣੀ ਕੁੜੀ ਦਾ ਰਿਸ਼ਤਾ ਤੁਹਾਡੇ ਹੱਥ 'ਚ ਦੇਵਾਂ। ਆਂਟੀ ਮੈਨੂੰ ਗੁੱਸਾ ਨਹੀਂ ਆਉਂਦਾ, ਅੱਛਾ? ਸੋ ਤੁਹਾਡੀ ਕੁੜੀ ਨੂੰ ਕੋਈ ਉੱਚੇ ਬੋਲੇਗਾ ਨਹੀਂ, ਸੋ ਮੈਂ ਖਾਣਾ ਵੀ ਵਧੀਆ ਬਣਾਉਣਾ, ਐਂਡ ਸਫਾਈ ਸਫੂਈ ਵੀ ਮੈਂ ਵੇਖ ਲੈਣਾ, ਪੈਸੇ ਮੇਰੇ ਕੋਲ ਹੈਗੇ, ਨੌਕਰ ਮੈਂ ਤੁਹਾਡੀ ਕੁੜੀ ਨੂੰ ਲਾ ਦੂੰਗਾ, ਗੱਡੀਆਂ ਵੀ ਹੈਗੀਆਂ, ਘਰ ਵੀ ਵਧੀਆ, ਉਹਨੂੰ ਡਰੈਸਿੰਗ ਵੀ ਵੱਖਰੀ ਬਣਾ ਦੂੰਗਾ। ਕੁੜੀ ਖੁਸ਼ ਦੇਖਾ ਰਿਸ਼ਤਾ, ਉਹਨੂੰ ਡਰੈਸਿੰਗ ਵੀ ਵੱਖਰੀ ਬਣਾ ਦੂੰਗਾ, ਵਧੀਆ ਉਹਦਾ ਵਾਕ ਇਨ ਵਾਰਡਰੋਬ, ਤੇ ਬਸ ਬਹੁਤ ਹੈ, ਇੰਨਾ ਹੀ ਚਾਹੀਦਾ ਕੁੜੀ ਨੂੰ, ਬਹੁਤ ਸਹੀ, ਮੰਨ ਜਾਣਾ, ਆਰਾਮ ਨਾਲ ਮੰਨ ਜਾਣਾ। ਸੋ ਹੁਣ ਆਪਾਂ ਥੋੜਾ ਸੀਰੀਅਸ ਆ ਜਾਈਏ, ਠੀਕ ਆ? ਅਕਸਰ ਇਦਾਂ ਹੁੰਦਾ ਹੈ ਕਿ ਆਰਟਿਸਟ ਜਦ ਸਟਰਗਲਿੰਗ ਪੀਰੀਅਡ 'ਚ ਹੁੰਦਾ ਹੈ, ਉਹ ਸੋਚਦਾ ਹੈ ਕਿ ਜਦ ਮੈਂ ਐਕਟਰ ਬਣ ਗਿਆ ਤੇ ਮੇਰੇ ਕੋਲ ਕਦੇ ਕੰਮ ਹੈ ਕਦੇ ਨਹੀਂ ਹੈ, ਸੋ ਇੱਕ ਸੈਕਿੰਡ ਆਪਸ਼ਨ ਹਰ ਕੋਈ ਸੋਚ ਕੇ ਰੱਖਦਾ ਹੈ। ਸੋ ਤੁਹਾਡੇ ਸਟਰਗਲਿੰਗ ਟਾਈਮ 'ਚ ਤੁਸੀਂ ਵੀ ਕੋਈ ਸੈਕਿੰਡ ਆਪਸ਼ਨ ਸੋਚ ਕੇ ਰੱਖੀ ਸੀ? ਆਫ ਕੋਰਸ ਮੈਨੂੰ ਲੱਗਦਾ ਮੈਨੂੰ ਪੜ੍ਹਾਈ ਕਰਾਈ ਤਾਂ ਹੈ ਨਾ that I can think both the ways, and I always have plan B. I must tell you what is my plan B, okay? ਮੈਨੂੰ ਪੀਜ਼ਾ ਬਹੁਤ ਪਸੰਦ ਹੈ, ਓਕੇ? I mean ਬਹੁਤ ਪਸੰਦ ਹੈ, so I get to know ਕਿ ਜੇ ਤੁਸੀਂ ਕੋਈ ਫਰੈਂਚਾਈਜ਼ੀ ਲੈਣੀ, you have to work 2 years in that specific franchisee, and ਤੁਹਾਨੂੰ ਫੇਰ ਉਹ ਫਰੈਂਚਾਈਜ਼ੀ ਮਿਲਦੀ। ਮੈਂ 2 ਸਾਲ ਕੰਮ ਕੀਤਾ just to get the work experience so as I can get a store. So that was my plan B, and that still exists. ਜੇ ਮੈਨੂੰ ਕਦੀ time ਲੱਗਾ and ਵਧੀਆ time ਲੱਗਾ with full amounts and stuff that I have, ਫਿਰ ਮੈਂ ਉਹ plan B ਆਪਣਾ side by ਸ਼ੁਰੂ ਕਰ ਦੂੰਗੀ, but everybody should have that, and that's a good thing to have. It's I know it's talk to me I have to explain all the things, but ਉਹਦੇ 'ਚ ਕੋਈ ਬੁਰੀ ਗੱਲ ਨਹੀਂ ਹੈ। always have plan B, ਜਿਹੜਾ ਤੁਹਾਨੂੰ source of income ਦੇ, because if you are earning, ਜੇ ਤੁਸੀਂ ਕਮਾ ਰਹੇ ਹੋ, ਤੁਸੀਂ mentally stable ਹੋ ਕਿ ਤੁਹਾਡੇ ਖਰਚੇ ਨਿਕਲ ਰਹੇ। ਜੇ ਤੁਹਾਡੇ ਖਰਚੇ ਨਹੀਂ ਨਿਕਲ ਰਹੇ ਨਾ, then you are all the way in trouble, ਫਿਰ ਤੁਹਾਡਾ ਮੈਂਟਲ ਪੀਸ ਵੀ ਹੈ ਨਹੀਂ, ਤੁਹਾਡੀ ਲਾਈਫ 'ਚ ਖੁਸ਼ੀ ਵੀ ਹੈ ਨਹੀਂ, ਤੁਹਾਡੇ ਜਿੰਨੇ ਮਰਜ਼ੀ ਫਰੈਂਡਸ ਹੋਣ, ਫੈਮਿਲੀ ਹੋਏ, ਤੁਸੀਂ ਇਰੀਟੇਟ ਹੀ ਰਹੋਗੇ। ਸੋ always have plan B which is giving you income. ਇੱਕ ਚੀਜ਼ ਜੋ ਮੈਂ ਤੁਹਾਡੇ ਨਾਲ ਗੱਲਬਾਤ ਕਰਕੇ ਜੋ ਨੋਟਿਸ ਕੀਤੀ ਹੈ ਕਿ ਤਾਨਿਆ ਇਜ਼ ਸੋ ਪੋਜ਼ਿਟਿਵ। ਸੋ ਆਪਾਂ ਹੁਣ ਮੇਰਾ ਲਾਸਟ ਕੁਐਸਚਨ, ਸੋ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ ਇਸ ਕੁਐਸਚਨ ਲਈ। ਸੋ ਹੁਣ ਮੈਂ ਤੁਹਾਡੀ ਮੂਵੀਜ਼ ਦੇ ਨਾਲ ਲਵਾਂਗੀ, ਐਂਡ ਤੁਸੀਂ ਉਸ ਮੂਵੀਜ਼ ਨੂੰ ਹੈਸ਼ਟੈਗ ਦੇਣਾ ਹੈ
ਜਿਵੇਂ ਕਿ ਮੇਰੇ ਲਈ ਟਾਕ ਟੂ ਮੀ ਹੋਊਗਾ #ongoingproudjourney ਠੀਕ ਹੈ ਸੋ Okay. ਹੁਣ ਮੈਂ ਤੁਹਾਡੀ ਮੂਵੀਜ਼ ਦੇ ਨਾਂ ਲਵਾਂਗੀ ਤੁਸੀਂ ਉਹਨੂੰ ਹੈਸ਼ਟੈਗ ਦੇਣਾ ਹੈ, ਠੀਕ ਹੈ ਸੋ ਫਰਸਟ ਸਨ ਆਫ ਮਨਜੀਤ ਸਿੰਘ #family ਠੀਕ ਹੈ ਕਿਸਮਤ #love ਰੱਬ ਦਾ ਰੇਡੀਓ 2 #destiny ਇਹਦੇ ਬਾਰੇ ਇੰਨਾ ਕੀ ਸੋਚਣਾ ਪੈਣਾ because yeah मैं सारी script combine की थी एक चीज से, so अच्छा. it was destiny ਗੁੱਡੀਆਂ ਪਟੋਲੇ #fun life ਸੁਪਨਾ #dream come true ਸੋ ਜੇ ਆਪਣੀ ਲਾਈਫ ਨੂੰ ਤੁਸੀਂ ਇੱਕ ਹੈਸ਼ਟੈਗ ਦੇਣਾ ਹੋਵੇ ਤਾਂ ਉਹ ਕੀ ਹੋਊਗਾ #one life live it up ਥੈਂਕ ਯੂ ਸੋ ਮਚ ਤਾਨਿਆ ਫॉर ਕਮਿੰਗ ਟੂ ਆवर ਸ਼ੋ thank you so much for having me ਬਹੁਤ ਮਜ਼ਾ ਆਇਆ ਤੁਹਾਡੇ ਨਾਲ ਗੱਲਬਾਤ ਕਰਕੇ ਐਂਡ ਹੁਣ ਆਪਾਂ ਤੁਹਾਡੇ ਤੋਂ ਲਵਾਂਗੇ ਕੋਟ ਤੁਹਾਡਾ ਲਾਈਫ ਟਾਈਮ ਕੋਟ ਐਂਡ ਇਸ ਨੂੰ ਆਪਾਂ ਬਹੁਤ ਜ਼ਿਆਦਾ ਸੰਭਾਲ ਕੇ ਰੱਖਾਂਗੇ Okay. ਠੀਕ ਹੈ ਹੈਲੋ ਜੀ lifetime quote ਸੋ here we go ਸੋ ਇੱਕ ਵਾਰ ਪਲੀਜ਼ ਸਾਡੀ ਆਡੀਅנס ਲਈ ਬੋਲ ਕੇ ਵੀ ਸੁਣਾ ਦਿਓ that's very simple thing work on you believe in you god is always by your side so that is what I want to say ਸਾਰਿਆਂ ਨੂੰ that's it ਥੈਂਕ ਯੂ ਸੋ ਮਚ ਤਾਨਿਆ thank you so much for having me ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਬਹੁਤ ਜ਼ਿਆਦਾ ਮਜ਼ਾ ਆਇਆ ਹੋਵੇਗਾ and thank you for watching Savlon Hexa Advanced Soap presents Talk to Me co-powered by Friends Dry Pants and IDFC First Bank ਸਤਿ ਸ਼੍ਰੀ ਅਕਾਲ